ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਆਪਾਂ ਭਾਰਤੀ ਇਤਿਹਾਸ ਬਾਰੇ ਪੜ੍ਹਨ ਜਾ ਰਹੇ ਹਾਂ ਜੀ। ਭਾਰਤੀ ਇਤਿਹਾਸ ਦੇ ਵਿੱਚ ਵੀ ਆਪਾਂ ਬਹੁਤ ਕੁਝ ਜਾਣਾਂਗੇ। ਉਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਬੇਸਿਕ ਚੀਜ਼ਾਂ ਇਤਿਹਾਸ ਬਾਰੇ ਗੱਲ ਕਰ ਲਈ। ਇਤਿਹਾਸ ਕਿਹਨੂੰ ਕਿਹਾ ਜਾਂਦਾ ਜੀ? ਇਤਿਹਾਸ ਕਦੋਂ ਸ਼ੁਰੂ ਹੋਇਆ? ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਜੀ। ਆਪਣੇ ਕੋਲ ਇੱਕ ਹੁੰਦਾ ਇਤਿਹਾਸ, ਇੱਕ ਹੁੰਦਾ ਆਦਿ ਇਤਿਹਾਸ, ਹਿਸਟੋਰਿਕ ਅਤੇ ਪ੍ਰੋ ਹਿਸਟੋਰਿਕ ਇਹਨੂੰ ਬੋਲਿਆ ਜਾਂਦਾ ਹੈ। ਹਿਸਟੋਰਿਕ ਇਤਿਹਾਸ, ਇਤਿਹਾਸ ਉਹਨੂੰ ਕਿਹਾ ਜਾਂਦਾ ਹੈ ਜਿਸ ਬਾਰੇ ਸਾਨੂੰ ਲਿਖਤੀ ਵਿਵਰਣ ਮਿਲਦਾ ਹੋਵੇ। ਔਰ ਆਦਿ ਇਤਿਹਾਸ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਸਾਨੂੰ ਕੋਈ ਲਿਖਤੀ ਵਿਵਰਣ ਨਹੀਂ ਹੈ, ਸਾਨੂੰ ਚਿੰਨ੍ਹ ਮਿਲਦੇ ਹੋਣ, ਪ੍ਰਮਾਣ ਮਿਲਦੇ ਹੋਣ, ਉਹਨੂੰ ਆਦਿ ਇਤਿਹਾਸ ਕਿਹਾ ਜਾਂਦਾ ਜੀ। ਔਰ ਇਤਿਹਾਸ ਜਿਸ ਵਿੱਚ ਸਾਨੂੰ ਲਿਖਤੀ ਹੈ, ਜਿਵੇਂ ਵੈਦਿਕ ਪੀਰੀਅਡ ਸੀਗਾ, ਉਹਦੇ ਵਿੱਚ ਵੇਦ ਮਿਲੇ, ਗ੍ਰੰਥ ਮਿਲੇ। ਉਸ ਸਮੇਂ ਦੀ ਰਾਜਨੀਤਿਕ, ਧਾਰਮਿਕ, ਆਰਥਿਕ ਜਿਹੜੀ ਹੈ ਗਤੀਵਿਧੀਆਂ ਕੀ ਸੀ, ਉਸ ਦੇ ਜੀਵਨ ਬਾਰੇ ਪਤਾ ਲੱਗਦਾ ਹੈ, ਤਾਂ ਉਹ ਸਾਡਾ ਇਤਿਹਾਸ ਕਾਲ ਹੈ। ਪਰ ਜੇਕਰ ਆਪਾਂ ਸਿੰਧੂ ਘਾਟੀ ਸੱਭਿਅਤਾ ਤਾਂ ਕਰੀਏ ਤਾਂ ਉਸ ਵਿੱਚ ਖੁਦਾਈ ਤੋਂ ਪਤਾ ਲੱਗਿਆ ਸਾਨੂੰ ਕਿ ਚਿੰਨ੍ਹ ਮਿਲੇ ਹੈ, ਤਾਂ ਅਸੀਂ ਉਹਨੂੰ ਆਦਿ ਇਤਿਹਾਸਿਕ ਦੇ ਵਿੱਚ ਰੱਖਦੇ ਹਾਂ। ਚਲ ਅੱਜ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਜੀ। ਇਤਿਹਾਸ, ਇਤਿਹਾਸ ਦੇ ਕੁਐਸਚਨ ਆਪਾਂ ਸਮਝਦੇ ਹਾਂ ਜੀ। ਸਭ ਤੋਂ ਪਹਿਲਾਂ ਆਪਣੇ ਕੋਲ ਇਤਿਹਾਸ ਦਾ ਪਿਤਾਮਾ ਹੈਰੋਡੋਟਸ ਨੂੰ ਕਿਹਾ ਜਾਂਦਾ ਜੀ, ਜਿਹੜਾ ਕਿੱਥੋਂ ਦਾ ਸੀ? ਯੂਨਾਨ ਦਾ ਸੀ, ਗਰੀਕ ਸੀ। ਯੂਨਾਨੀ ਜਿਹੜੇ ਲੋਕ ਹੈ ਉਹਨਾਂ ਨੂੰ ਅਸੀਂ ਗਰੀਕ ਲੋਕ ਵੀ ਕਹਿ ਦਿੰਦੇ ਹਾਂ। ਤਾਂ ਗਰੀਕ ਦੇ ਵਿੱਚ ਜਿਹੜਾ ਹੈ ਸੀਗਾ ਹੈਰੋਡੋਟਸ, ਉਹਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ। ਹੈਰੋਡੋਟਸ ਦੀ ਜਿਹੜੀ ਪੁਸਤਕ ਸੀ, ਜਿਹੜਾ ਇਤਿਹਾਸ ਦਾ ਪਿਤਾਮਾ ਹੈਰੋਡੋਟਸ ਹੈ, ਉਸਨੇ ਆਪਣੀ ਪੁਸਤਕਾਂ ਲਿਖੀ ਸੀ ਹਿਸਟੋਰੀਕਾ। ਵੈਰੀ ਇੰਪੋਰਟੈਂਟ, ਪਹਿਲੀ ਜਿਹੜੀ ਪੁਸਤਕ ਉਹਦੀ ਸੀ ਹਿਸਟੋਰੀਕਾ। ਇਹ ਸੀਗਾ ਇਤਿਹਾਸ ਦੇ ਨਾਲ, ਉਸਦੇ ਪਿਤਾਮਾ ਦੇ ਨਾਲ ਸੰਬੰਧਿਤ। ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲ ਪੁਰਾਤਨ ਪੱਥਰ ਯੁੱਗ ਦੀ ਵਿਸ਼ੇਸ਼ਤਾ। ਪੁਰਾਤਨ ਪੱਥਰ ਯੁੱਗ ਕਿਸ ਤਰ੍ਹਾਂ ਦੇ ਸੀ? ਪਹਿਲਾਂ ਆਪਾਂ ਤਿੰਨ ਭਾਗਾਂ ਵਿੱਚ ਵੰਡਿਆ ਪੱਥਰ ਯੁੱਗ ਨੂੰ ਵੀ: ਪੁਰਾਤਨ ਪੱਥਰ ਯੁੱਗ, ਮੱਧ ਪੱਥਰ ਯੁੱਗ ਅਤੇ ਨਵੀਨ ਪੱਥਰ ਯੁੱਗ। ਪੱਥਰ ਯੁੱਗ ਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਇਹਨਾਂ ਦੇ ਹਥਿਆਰ ਪੱਥਰਾਂ ਦੇ ਬਣੇ ਹੋਏ ਸੀ। ਪੁਰਾਤਨ ਪੱਥਰ ਯੁੱਗ ਦੇ ਵਿੱਚ ਹਥਿਆਰਾਂ ਦਾ ਸਾਈਜ਼ ਬਹੁਤ ਵੱਡਾ ਅਤੇ ਭਾਰਾ ਸੀ। ਮੱਧ ਪੱਥਰ ਯੁੱਗ ਦੇ ਵਿੱਚ ਹਥਿਆਰਾਂ ਦਾ ਜਿਹੜਾ ਸਾਈਜ਼ ਹੈ ਥੋੜ੍ਹਾ ਹਲਕਾ ਹੋ ਗਿਆ ਵਾ। ਨਵੀਨ ਪੱਥਰ ਯੁੱਗ ਦੇ ਹਥਿਆਰਾਂ ਦਾ ਜਿਹੜਾ ਸਾਈਜ਼ ਹੈ ਉਹ ਨਕੀਲਾ ਹੋ ਗਿਆ, ਹਲਕੇ ਦੇ ਨਾਲ ਨਕੀਲਾ ਵੀ ਹੋ ਗਿਆ ਸੀ। ਪੁਰਾਤਨ ਪੱਥਰ ਯੁੱਗ ਦੇ ਵਿੱਚ ਕੀ ਵਿਸ਼ੇਸ਼ਤਾ ਸੀ ਜੀ? ਪੰਛੀਆਂ ਦਾ ਸ਼ਿਕਾਰ ਅਤੇ ਕੱਚਾ ਮਾਂਸ ਖਾਇਆ ਕਰਦਾ ਸੀ ਉਸ ਸਮੇਂ ਦਾ ਇਨਸਾਨ। ਗੁਫਾਵਾਂ ਵਿੱਚ ਰਹਿਣਾ ਸੀ। ਖਾਨਾ ਬਦੋਸ਼ ਵਾਲਾ ਜੀਵਨ ਸੀ। ਖਾਨਾ ਬਦੋਸ਼ ਤੋਂ ਭਾਵ ਹੁੰਦਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਵਿੱਚ ਘੁੰਮਦੇ ਰਹਿਣਾ। ਬਸ ਉਹਨਾਂ ਨੂੰ ਭੋਜਨ ਦੀ ਤਲਾਸ਼ ਹੁੰਦੀ ਸੀ, ਭੋਜਨ ਮਿਲ ਜਾਂਦਾ ਸੀ, ਉਹ ਖਾ ਲੈਂਦਾ ਸੀ, ਆਹੀ ਉਹਦਾ ਕੰਮ ਸੀ। ਉਹ ਖੱਲਾਂ ਅਤੇ ਦਰਖਤਾਂ ਦੀਆਂ ਛਿੱਲਾਂ ਨਾਲ ਆਪਣਾ ਸਰੀਰ ਢੱਕਦਾ ਸੀ। ਠੀਕ ਹੈ, ਮਤਲਬ ਕੁੱਲ ਮਿਲਾ ਕੇ ਜਾਨਵਰਾਂ ਵਰਗਾ ਉਹਦਾ ਜੀਵਨ ਸੀਗਾ। ਮੱਧ ਪੱਥਰ ਯੁੱਗ ਦੀਆਂ ਵਿਸ਼ੇਸ਼ਤਾ: ਝੁੰਡਾਂ ਵਿੱਚ ਰਹਿਣਾ ਉਹਨਾਂ ਨੇ ਸ਼ੁਰੂ ਕਰਤਾ, ਕਿਉਂਕਿ ਬਾਕੀ ਜੰਗਲੀ ਜਾਨਵਰ ਸੀ ਜਿਹੜੇ, ਉਹਨਾਂ ਤੋਂ ਖਤਰਾ ਹੁੰਦਾ ਸੀ। ਉਹਨਾਂ ਨੇ ਉਸ ਚੀਜ਼ ਨੂੰ ਅਪਣਾਇਆ ਕਿ ਅਸੀਂ ਇਕੱਠੇ ਰਵਾਂਗੇ, ਸ਼ਾਇਦ ਉਸ ਇਕੱਠ ਨੂੰ, ਝੁੰਡ ਨੂੰ ਵੇਖ ਕੇ ਜੰਗਲੀ ਜਾਨਵਰ ਉਹਨਾਂ 'ਤੇ ਹਮਲਾ ਨਹੀਂ ਕਰਨਗੇ। ਝੁੰਡਾਂ ਵਿੱਚ ਰਹਿਣਾ ਉਹਨਾਂ ਨੇ ਸ਼ੁਰੂ ਕਰਤਾ ਸੀ। ਪਸ਼ੂ ਪਾਲਣਾ ਸ਼ੁਰੂ ਕਰ ਦਿੱਤਾ ਜੀ ਉਹਨਾਂ ਨੇ। ਪਸ਼ੂ ਪਾਲਣ ਦੇ ਵਿੱਚ ਕੀ ਹੋਇਆ ਜੀ? ਉਹਨਾਂ ਨੇ ਜੀ ਸਭ ਤੋਂ ਪਹਿਲਾਂ ਜਿਹੜਾ ਪਾਲਤੂ ਪਸ਼ੂ ਬਣਾਇਆ ਉਹ ਕੁੱਤਾ ਬਣਾਇਆ। ਅੱਜ ਵੀ ਪਾਲਤੂ ਪਸ਼ੂ ਕੁੱਤੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਪਾਲਤੂ ਪਸ਼ੂ ਜਿਹੜਾ ਮਨੁੱਖ ਨੇ ਬਣਾਇਆ ਸੀ ਉਹ ਕੁੱਤਾ ਹੀ ਬਣਾਇਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਇਹਨਾਂ ਨੇ ਜੀ ਹੱਡੀਆਂ ਅਤੇ ਮਣਕਿਆਂ ਦੇ ਜਿਹੜੇ ਗਹਿਣੇ ਵੀ ਬਣਾਉਣੇ ਸ਼ੁਰੂ ਕਰਤੇ। ਠੀਕ ਹੈ। ਆਪਣੇ ਕੋਲ ਮੱਧ ਪੱਥਰ ਯੁੱਗ ਦੀ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਰਿਹਾ ਜੀ ਨਵੀਨ ਪੱਥਰ ਯੁੱਗ। ਨਵੀਨ ਪੱਥਰ ਯੁੱਗ ਦੇ ਵਿੱਚ ਕੀ ਹੋਇਆ? ਖੇਤੀਬਾੜੀ ਦੀ ਸ਼ੁਰੂਆਤ ਹੋਈ। ਹਾਲਾਂਕਿ ਖੇਤੀਬਾੜੀ ਦੇ ਬੀਜ ਤਾਂ ਮੱਧ ਪੱਥਰ ਯੁੱਗ ਦੇ ਵਿੱਚ ਹੀ ਬੀਜ ਦਿੱਤੇ ਗਏ ਸੀ, ਪਰ ਸ਼ੁਰੂਆਤ ਨਵ ਪੱਥਰ ਯੁੱਗ ਦੇ ਵਿੱਚ ਹੋਈ। ਬਹੁਤ ਇੰਪੋਰਟੈਂਟ ਹੈ ਨਵ ਪੱਥਰ ਯੁੱਗ, ਨਵੀਨ ਪੱਥਰ ਯੁੱਗ ਵੀ ਕਹਿੰਦੇ ਆ। ਅੱਗ ਦਾ ਗਿਆਨ ਇਹਨਾਂ ਨੂੰ ਹੋਇਆ। ਜਦੋਂ ਇਹ ਹਥਿਆਰ ਬਣਾ ਰਹੇ ਸੀ ਪੱਥਰ ਦੇ, ਤਾਂ ਪੱਥਰ ਨਾਲ ਪੱਥਰ ਨੂੰ ਰਗੜ ਕੇ ਇਹ ਤਿੱਖੇ ਜਾਂ ਨਕੀਲੇ ਉਹਨੂੰ ਕਰਦੇ ਸੀ, ਜਾਂ ਪੱਥਰ ਨਾਲ ਪੱਥਰ ਟਕਰਾ ਕੇ। ਉਸ ਸਮੇਂ ਉੱਥੇ ਪਏ ਸੁੱਕੇ ਘਾਹ ਨੂੰ ਅੱਗ ਲੱਗ ਗਈ, ਜਿਸ ਤੋਂ ਇਹਨੂੰ ਪਤਾ ਲੱਗ ਗਿਆ ਕਿ ਪੱਥਰ ਨਾਲ ਪੱਥਰ ਟਕਰਾ ਕੇ ਜਿਹੜੀ ਹੈ ਅੱਗ ਬਣਦੀ ਹੈ। ਔਰ ਅੱਗ ਨਾਲ ਜਦੋਂ ਇੱਕੋ ਦਮ ਅੱਗ ਬਲੀ ਹੈ ਤਾਂ ਇਹਨਾਂ ਨੂੰ ਦੇਖਿਆ ਕਿ ਰਾਤ ਹੋ ਗਈ ਹੈ, ਪਰ ਕੋਈ ਜਾਨਵਰ ਆਉਂਦਾ ਹੈ ਉਸ ਤੋਂ ਡਰ ਕੇ ਭੱਜ ਜਾਂਦਾ ਹੈ। ਔਰ ਰਾਤ ਦੇ ਸਮੇਂ ਜਿਹੜਾ ਅੱਗ ਹੈ ਉੱਥੇ ਰੋਸ਼ਨੀ ਹੁੰਦੀ ਹੈ।
ਤਾਂ ਆਹ ਚੀਜ਼ਾਂ ਇਹਨੂੰ ਪਤਾ ਲੱਗੀਆਂ ਕਿ ਅੱਗ ਤੋਂ ਦੂਸਰੇ ਜਾਨਵਰ ਡਰਦੇ ਆ ਅਤੇ ਰਾਤ ਸਮੇਂ ਉੱਥੇ ਹੀ ਰੋਸ਼ਨੀ ਹੁੰਦੀ ਜਿੱਥੇ ਅੱਗ ਹੈ। ਦੋ ਗੱਲਾਂ ਇਹਨਾਂ ਨੂੰ ਪਤਾ ਲੱਗੀਆਂ। ਤੀਜੀ ਗੱਲ, ਜਦੋਂ ਇਹ ਮਾਂਸ ਨੂੰ ਖਾ ਰਿਹਾ ਸੀ ਤਾਂ ਗਲਤੀ ਨਾਲ ਮਾਂਸ ਇਹਦਾ ਅੱਗ ਵਿੱਚ ਡਿੱਗ ਪਿਆ ਸੀ। ਅਗਲੀ ਸੁਬਾਹ ਇਹਨੇ ਜਦੋਂ ਖਾਧਾ ਤਾਂ ਉਹ ਜਿਹੜਾ ਹੈ ਪੱਕਿਆ ਹੋਇਆ ਮਾਂਸ ਸੀ, ਤਾਂ ਉਹਨੂੰ ਅੱਛਾ ਲੱਗਿਆ ਖਾਣ ਦੇ ਵਿੱਚ, ਤਾਂ ਉਹਨੂੰ ਪਤਾ ਲੱਗਿਆ ਕਿ ਮਾਂਸ ਨੂੰ ਪਕਾ ਕੇ ਖਾਇਆ ਜਾਣਾ ਚਾਹੀਦਾ ਹੈ। ਤਾਂ ਆਪਾਂ ਗੱਲ ਕਰ ਰਹੇ ਹਾਂ ਜੀ ਅੱਗ ਦੀ ਖੋਜ ਨਾਲ ਕੀ ਹੋਇਆ। ਅੱਗ ਦੀ ਖੋਜ ਨਾਲ ਆਪਣੇ ਕੋਲ ਮਨੁੱਖ ਨੂੰ ਜਿਹੜਾ ਹੈ ਰੋਸ਼ਨੀ ਬਾਰੇ ਪਤਾ ਲੱਗਿਆ, ਦੂਸਰੇ ਜਾਨਵਰ ਨੂੰ ਡਰਾਉਣਾ ਸ਼ੁਰੂ ਕਰਤਾ ਅੱਗ ਨਾਲ ਉਹਨੇ, ਅਤੇ ਮਾਂਸ ਨੂੰ ਪਕਾਉਣਾ ਸ਼ੁਰੂ ਕੀਤਾ। ਪਹੀਏ ਦਾ ਅਵਿਸ਼ਕਾਰ ਬਹੁਤ ਇੰਪੋਰਟੈਂਟ ਹੈ। ਨਵੀਨ ਪੱਥਰ ਯੁੱਗ ਦੀਆਂ ਆਹ ਮੇਨ ਦਿਨਾਂ ਨੇ ਆਪਣੇ ਕੋਲ ਅੱਗ ਦੀ ਖੋਜ, ਪਹੀਏ ਦਾ ਖੋਜ, ਅਤੇ ਜਿਹੜੀ ਖੇਤੀ ਦੀ ਸ਼ੁਰੂਆਤ। ਵੈਸੇ ਮੱਧ ਪੱਥਰ ਯੁੱਗ ਦੇ ਵਿੱਚ ਸ਼ੁਰੂਆਤ ਤਾਂ ਹੋ ਗਈ ਸੀ, ਪਰ ਸਹੀ ਮੈਨੇ ਨਵੀਨ ਪੱਥਰ ਯੁੱਗ ਦੇ ਵਿੱਚ ਹੀ ਇਹਦੀ ਕਹੀ ਜਾਂਦੀ ਹੈ। ਪ੍ਰਾਚੀਨ ਭਾਰਤੀ ਇਤਿਹਾਸ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਪ੍ਰਾਚੀਨ ਭਾਰਤ ਦਾ ਇਤਿਹਾਸ, ਮੱਧ ਭਾਰਤ ਦਾ ਇਤਿਹਾਸ ਅਤੇ ਆਧੁਨਿਕ ਭਾਰਤ ਦਾ ਇਤਿਹਾਸ। ਆਹ 3 ਇਤਿਹਾਸ ਕਾਲ ਦੱਸੇ ਜਾਂਦੇ ਆ ਜੀ ਭਾਰਤ ਦੇ ਆਪਣੇ ਕੋਲ। ਠੀਕ ਹੈ ਜੀ। ਨੈਕਸਟ ਆਪਾਂ ਲੈਂਦੇ ਹਾਂ ਜੀ, ਨੈਕਸਟ ਆਪਣੇ ਕੋਲ ਸਿੰਧੂ ਘਾਟੀ ਸਭਿਅਤਾ ਬਾਰੇ ਹੈ। ਆਪਾਂ ਸਿੰਧੂ ਘਾਟੀ ਸਭਿਅਤਾ ਦੀ ਬਹੁਤ ਵਧੀਆ ਗੱਲ ਹੈ ਕਿ ਆਪਣੇ ਭਾਰਤ ਦੇ ਵਿੱਚ ਹੀ ਸੀ ਇਹ ਸਿੰਧੂ ਘਾਟੀ ਸਭਿਅਤਾ ਨੂੰ ਹੜੱਪਾ ਸਭਿਅਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਹੜੱਪਾ ਸਭਿਅਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਿੰਧੂ ਘਾਟੀ ਸਭਿਅਤਾ ਨੂੰ। ਆਪਣੇ ਕੋਲ ਸਾਢੇ 2500 ਤੋਂ 1750 BC ਦੇ ਵਿੱਚ ਸਿੰਧੂ ਘਾਟੀ ਦਾ ਸਮਾਂ ਮੰਨਿਆ ਜਾਂਦਾ ਜੀ। ਸਿੰਧੂ ਘਾਟੀ ਸਭਿਅਤਾ ਦਾ ਪਤਾ ਚੱਲਦਾ ਜੀ ਖੁਦਾਈ ਤੋਂ, ਮਤਲਬ ਖੁਦਾਈ ਹੋਈ ਸੀ, ਮਤਲਬ ਖੁਦਾਈ ਤੋਂ ਇਹਦਾ ਪਤਾ ਲੱਗਿਆ। ਵੈਸੇ ਤਾਂ ਉਸ ਪੁਰਾਣੇ ਸਮਿਆਂ ਵਿੱਚ ਖੂਹ ਨਾਲ ਪੱਟ ਕੇ ਪਾਣੀ ਕੱਢਦੇ ਹੁੰਦੇ ਸੀ। ਜਦੋਂ ਖੂਹ ਪੱਟਿਆ ਜਾਂਦਾ ਸੀ ਤਾਂ ਬਹੁਤ ਸਾਰਾ ਸਮਾਨ ਨਿਕਲਦਾ ਸੀ, ਉਸ ਤੋਂ ਪਤਾ ਲੱਗਦਾ ਸੀ ਵੀ ਪਹਿਲਾਂ ਵੀ ਕੋਈ ਨਾ ਕੋਈ ਇਸ 'ਤੇ ਰਹਿੰਦਾ ਸੀ। ਤਾਂ ਖੁਦਾਈ ਤੋਂ ਉਹਦਾ ਪਤਾ ਲੱਗਦਾ ਸਿੰਧੂ ਘਾਟੀ ਸਭਿਅਤਾ ਦਾ। ਇਹ ਸਭਿਅਤਾ ਨੂੰ ਕੀ ਕਿਹਾ ਜਾਂਦਾ ਹੈ, ਪ੍ਰੋਟੋ ਹਿਸਟੋਰਿਕ ਪੀਰੀਅਡ, ਯਾਨੀ ਕਿ ਆਦਿ ਇਤਿਹਾਸਿਕ ਦਾ ਸਮਾਂ ਕਿਹਾ ਜਾਂਦਾ, ਕਿਉਂਕਿ ਇਹਦੇ ਬਾਰੇ ਕੋਈ ਲਿਖਤੀ ਵਿਵਰਣ ਨਹੀਂ ਮਿਲਿਆ। ਜੇ ਮਿਲਿਆ ਵੀ ਹੈ ਤਾਂ ਉਹਨੂੰ ਅਜੇ ਤੱਕ ਪੜ੍ਹਿਆ ਨਹੀਂ ਗਿਆ। ਇਹਦਾ ਸਲਾਹਕਾਰ ਸੀ ਜੀ ਜੌਨ ਮਾਰਸ਼ਲ, ਸਲਾਹਕਾਰ ਸੀ। ਇਸ ਨੂੰ ਪਿਛਲੀ ਵਾਰੀ ਕੁਐਸਚਨ ਬਹੁਤ ਵਾਰੀ ਇੰਪੋਰਟੈਂਟ ਹੈ, ਇਹ ਰਿਪੀਟ ਹੋ ਚੁੱਕਿਆ ਕਿ ਇਸ ਨੂੰ ਕਿਹੜਾ ਯੁੱਗ ਦੀ ਸਭਿਅਤਾ ਕਿਹਾ ਹੈ, ਕਾਂਸਾ ਯੁੱਗ ਜਾਂ ਬ੍ਰੌਨ ਏਜ ਦੀ ਸਭਿਅਤਾ ਦੇ ਨਾਮ ਨਾਲ ਜਾਣਿਆ ਜਾਂਦਾ। ਭਾਰਤ ਦੀ ਪਹਿਲੀ ਸ਼ਹਿਰੀ ਸਭਿਅਤਾ ਦਾ ਭਾਵ ਹੈ ਕਿ ਇਸ ਤੋਂ ਪਹਿਲਾਂ ਸਿਵਲਾਈਜੇਸ਼ਨ ਹੈ ਨਹੀਂ ਸੀ। ਸਿਵਲਾਈਜੇਸ਼ਨ ਮਤਲਬ ਲੋਕ ਸ਼ਹਿਰਾਂ ਵਿੱਚ ਨਹੀਂ ਰਹਿੰਦੇ ਸੀ, ਜਾਂ ਉਹ ਜਦੋਂ ਇਹ ਭਾਰਤ ਦੀ ਪਹਿਲੀ ਸਭਿਅਤਾ ਸੀ ਜਿਹੜੀ ਸ਼ਹਿਰ ਵਿੱਚ ਰਹਿੰਦੀ ਸੀ। ਠੀਕ ਹੈ, ਇਸ ਤੋਂ ਬਾਅਦ ਮੌਰੀਆ ਹੋਈ ਹੈ। ਠੀਕ ਹੈ, ਤਾਂ ਪਹਿਲੀ ਇਹਦੇ ਵਿੱਚ ਆਪਾਂ ਇੱਕ ਵਾਰ ਰਿਪੀਟੇਸ਼ਨ ਦੇ ਵਿੱਚ ਲੈਂਦੇ ਹਾਂ 2500 ਤੋਂ 1750 ਹੜੱਪਾ ਸਭਿਅਤਾ। ਖੁਦਾਈ ਤੋਂ ਇਹਦਾ ਪਤਾ ਲੱਗਦਾ ਜੀ। ਆਦਿ ਇਤਿਹਾਸਿਕ ਕਾਲ ਦੇ ਨਾਮ ਨਾਲ ਜਾਣਿਆ ਜਾਂਦਾ। ਸਨ ਜੌਨ ਮਾਰਸ਼ਲ ਦਾ ਜਿਹੜਾ ਸੀ ਸਲਾਹਕਾਰ ਸੀ ਜੀ। ਇਹਨੂੰ ਕਾਂਸਾ ਯੁੱਗ ਦੇ ਨਾਮ ਨਾਲ ਜਾਣਿਆ ਜਾਂਦਾ। ਭਾਰਤ ਦੀ ਪਹਿਲੀ ਜਿਹੜੀ ਸਭਿਅਤਾ ਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ। ਕੋਈ ਆਹ ਆਪਾਂ ਰੈਕਟੈਂਗਲ ਦੇ ਵਿੱਚ ਇਹ ਰੱਖੇ ਹੋਏ ਆ ਤੁਹਾਡੇ ਲਈ ਕੁਐਸਚਨ। ਇਹ ਵੈਸੇ ਪੱਥਰ ਯੁੱਗ ਦੇ ਨਾਲ ਰਿਲੇਟਡ ਹੈ, ਪਰ ਆਪਾਂ ਨੂੰ ਕੀ ਹੈ ਇਹਦੇ 'ਚ ਕੁਐਸਚਨ ਪੁੱਛੇ ਜਾਂਦੇ, ਇਸ ਕਰਕੇ ਆਪਾਂ ਨੂੰ ਹੈ ਮਨੁੱਖ ਦਾ ਬਾਇਓਲੋਜੀਕਲ ਨੇਮ ਆ ਜੇ, ਵਿਗਿਆਨਿਕ ਨੇਮ ਆ ਜੇ ਤਾਂ ਹੋਮੋਸੇਪੀਅੰਸ ਨਾਮ ਸੀਗਾ। ਮਨੁੱਖ ਦੁਆਰਾ ਬਣਾਇਆ ਗਿਆ ਪਹਿਲਾ ਔਜ਼ਾਰ ਕੁਹਾੜੀ ਸੀ ਜੀ, ਪੱਥਰ ਦੀ। ਸਭ ਤੋਂ ਪਹਿਲਾਂ ਵਰਤੀ ਗਈ ਧਾਤ ਸੀ ਜਿਹੜੀ ਜੀ ਤਾਂਬਾ ਸੀ, ਵੈਰੀ ਇੰਪੋਰਟੈਂਟ। ਸਭ ਤੋਂ ਪਹਿਲਾਂ ਪਾਲਤੂ ਜਾਨਵਰ ਬਣਾਇਆ ਜੀ ਕੁੱਤਾ। ਸਭ ਤੋਂ ਪਹਿਲਾਂ ਉਹਨੇ ਜਿਹੜੀ ਵਰਤੀ ਗਈ ਜਾਂ ਬੀਜੀ ਗਈ ਜਿਹੜੀ ਫਸਲ ਸੀ ਉਹ ਕਣਕ, ਅਤੇ ਦੂਸਰੇ ਨੰਬਰ 'ਤੇ ਜੌਂ ਸੀ। ਅੱਗ ਦੀ ਖੋਜ ਕਦੋਂ ਹੋਈ ਹੈ ਜੀ, ਨਵੀਨ ਪੱਥਰ ਯੁੱਗ। ਇਹ ਸਿੰਧੂ ਘਾਟੀ ਨਾਲ ਇਹਦਾ ਨਹੀਂ ਲੈਣਾ ਦੇਣਾ ਕੋਈ, ਪਰ ਇਹ ਪੱਥਰ ਯੁੱਗ ਦੇ ਨਾਲ ਰਿਲੇਟਡ ਸੀ, ਇਸ ਕਰਕੇ ਇਹਨੂੰ ਰੈਕਟੈਂਗਲ ਦੇ ਵਿੱਚ ਰੱਖਿਆ। ਆਪਾਂ ਦੁਬਾਰਾ ਤੋਂ ਕਰਦੇ ਹਾਂ। ਹੋਮੋਸੈਪੀਅੰਸ ਕੀ ਹੈ ਜੀ, ਵਿਗਿਆਨਿਕ ਨਾਮ। ਸਭ ਤੋਂ ਪਹਿਲਾ ਔਜ਼ਾਰ ਕੁਹਾੜੀ ਸੀ ਪੱਥਰ ਦੀ। ਪਹਿਲੀ ਧਾਤ ਸੀ ਤਾਂਬਾ। ਪਾਲਤੂ ਕੁੱਤਾ ਸੀ ਜਾਨਵਰ ਇਹਨਾਂ ਦਾ। ਅਤੇ ਫਸਲ ਪਹਿਲੀ ਕਣਕ, ਅਤੇ ਫਿਰ ਜੌਂ। ਅਤੇ ਨਵੀਨ ਪੱਥਰ ਯੁੱਗ ਦੇ ਵਿੱਚ ਅੱਗ ਦੀ ਖੋਜ ਹੋਈ ਹੈ ਜੀ। ਨੈਕਸਟ ਆਪਾਂ ਲੈਂਦੇ ਹਾਂ ਜੀ ਸਿੰਧੂ ਘਾਟੀ ਸਭਿਅਤਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ ਟਾਊਨ ਪਲੈਨਿੰਗ, ਜਿਹਨੂੰ ਨਗਰ ਯੋਜਨਾ ਬੋਲਦੇ ਹਾਂ ਜੀ। ਆਪਣੇ ਕੋਲ ਆਹ ਜਿਹੜੀ ਗ੍ਰਿਡ ਪ੍ਰਣਾਲੀ ਹੈ, ਗ੍ਰਿਡ ਪ੍ਰਣਾਲੀ ਕੀ ਹੁੰਦੀ ਹੈ, ਇੱਕ ਘਰ ਇੱਥੇ ਬਣਿਆ ਜੀ, ਇੱਕ ਘਰ ਇੱਥੇ ਬਣਿਆ, ਇੱਥੇ ਬਣਿਆ, ਇੱਥੇ ਬਣਿਆ, ਇੱਥੇ ਬਣਿਆ। ਆਹ ਘਰ ਦੇ ਵਿੱਚ ਸੜਕਾਂ ਕੱਟਦੀਆਂ ਸੀ ਨਾ ਇੱਕ ਦੂਸਰੇ ਦੇ ਵਿਚਕਾਰ, ਤਾਂ ਇੱਕ ਦੂਸਰੇ ਵਿਚਕਾਰ ਸੜਕਾਂ 90 ਡਿਗਰੀ ਕੋਣ 'ਚ ਕੱਟਦੀਆਂ ਸੀ, ਭਾਵ 90 ਡਿਗਰੀ ਕੋਣ ਦੀਆਂ ਸੜਕਾਂ ਸੀਗੀਆਂ ਇਹ। ਤਾਂ ਇਸ ਦੇ ਤਰ੍ਹਾਂ ਜਿਹੜਾ ਇਹਨਾਂ ਦੇ ਘਰ ਸੀਗੇ 90 ਡਿਗਰੀ ਕੋਣ ਦੇ ਉੱਤੇ ਇੱਕ ਦੂਸਰੇ ਨੂੰ ਕੱਟਦੇ ਸੀ ਜੀ, ਔਰ ਗਲੀਆਂ ਪੱਕੀਆਂ ਸੀ ਜੀ। ਠੀਕ ਹੈ ਜੀ, ਆਹ ਜਿਹੜੀਆਂ ਗਲੀਆਂ ਪੱਕੀਆਂ ਸੀ ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ, ਔਰ ਵੱਡੀਆਂ ਸੜਕਾਂ ਛੋਟੀਆਂ ਸੜਕਾਂ ਨੂੰ ਜਾ ਮਿਲਦੀਆਂ ਸੀ। ਅਤੇ ਆਪਾਂ ਕਰਦੇ ਹਾਂ ਜੀ, ਸਭ ਤੋਂ ਇੰਪੋਰਟੈਂਟ ਹੈ
ਗ੍ਰਿਡ ਪ੍ਰਣਾਲੀ ਇਹਨੂੰ ਗ੍ਰਿਡ ਜਾਲ ਨੂੰ ਗ੍ਰਿਡ ਬੋਲਦੇ ਵੈਸੇ। ਇੱਕ ਤਰ੍ਹਾਂ ਦਾ ਜਾਲ ਹੀ ਬਣਿਆ ਹੁੰਦਾ, ਇੱਥੇ ਘਰ ਹੈ, ਆਹ ਘਰ ਆ ਗਿਆ ਆਪਣੇ ਕੋਲ, ਅਤੇ ਆਹ ਵਾਲਾ ਘਰ, ਆਹ ਵਾਲਾ ਘਰ, ਫਿਰ ਆਹ ਘਰ, ਆਹ ਘਰ ਹੈ, ਫਿਰ ਇੱਕ ਦੂਸਰੇ ਨੂੰ ਜਿਹੜੇ ਸੜਕਾਂ 90 ਡਿਗਰੀ ਕੋਣ 'ਤੇ ਕੱਟ ਰਹੀਆਂ ਨੇ। ਠੀਕ ਹੈ ਜੀ। ਘਰ ਪੱਕੀਆਂ ਇੱਟਾਂ ਦੇ ਬਣੇ ਹੁੰਦੇ ਸੀ। ਇਹ ਦੇਖੋ ਜੀ, ਸ਼ਹਿਰੀ ਸੱਭਿਅਤਾ ਸੀ ਔਰ ਇਹਨਾਂ ਦੇ ਘਰ ਵੀ ਇੱਟਾਂ ਦੇ ਪੱਕੀਆਂ ਦੇ ਬਣੇ ਹੋਏ ਸੀ। ਠੀਕ ਹੈ। ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਇਮਾਰਤ ਸੀ ਅਨਾਜ ਘਰ ਸੀ। ਵੈਸੇ ਮੋਹਨਜੋਦੜੋ ਦਾ ਜਿਹੜਾ ਇਸ਼ਨਾਨ ਘਰ ਵੱਡਾ, ਪਰ ਉਹ ਇਸ਼ਨਾਨ ਘਰਾਂ ਵਿੱਚੋਂ ਸਭ ਤੋਂ ਵੱਡਾ ਇਸ਼ਨਾਨ ਘਰ ਹੈ। ਪਰ ਵੈਸੇ ਆ ਜੇ ਤੁਹਾਨੂੰ ਸਭ ਤੋਂ ਵੱਡੀ ਇਮਾਰਤ ਕਿਹੜੀ ਸੀ ਤਾਂ ਉਹ ਅਨਾਜ ਘਰ ਹੀ ਕਵਾਂਗੇ। ਘਰ 1 ਤੋਂ 2 ਮੰਜ਼ਿਲਾ ਹੋਇਆ ਕਰਦੇ ਸੀ, ਕਈ ਇੱਕ ਮੰਜ਼ਿਲਾ ਵੀ ਹੋਇਆ ਕਰਦੇ ਸੀ ਅਤੇ 2 ਮੰਜ਼ਿਲਾ ਵੀ ਹੋਇਆ ਕਰਦੇ ਸੀ। ਘਰਾਂ ਵਿੱਚ ਲੱਕੜੀ ਦਾ ਪ੍ਰਯੋਗ ਵੀ ਹੋਇਆ ਜੀ ਸਿੰਧੂ ਘਾਟੀ 'ਚ। ਘਰਾਂ ਵਿੱਚ ਰਸੋਈ ਅਤੇ ਇਸ਼ਨਾਨ ਘਰ ਵੀ ਹੋਇਆ ਕਰਦੇ ਸੀ। ਕਿਤੇ ਕਿਤੇ ਵਿਹੜੇ ਵਿੱਚ ਖੂਹ ਮਿਲੇ ਆ। ਵੈਸੇ ਤਾਂ ਖੂਹ ਬਾਹਰ ਹੋਇਆ ਕਰਦੇ ਸੀ ਘਰਾਂ ਤੋਂ, ਹੈ ਨਾ, ਪਿੰਡ ਦੇ ਵਿੱਚ ਇੱਕ ਖੂਹ ਹੋਇਆ ਕਰਦਾ ਸੀ, ਹੈ ਨਾ, ਪਰ ਇਹ ਲੋਕ ਤਾਂ ਸ਼ਹਿਰ ਵਿੱਚ ਰਹਿੰਦੇ ਸੀ। ਪਰ ਇੱਥੇ ਕੀ ਹੈ, ਕਈ ਕਈ ਘਰਾਂ ਦੇ ਅੰਦਰ ਵੀ ਖੂਹ ਮਿਲੇ ਆ, ਕਿਤੇ ਕਿਤੇ ਘਰਾਂ ਵਿੱਚ ਵਿਹੜੇ ਵਿੱਚ ਖੂਹ ਵੀ ਮਿਲੇ ਆ। ਤਾਂ ਇਹਦੀ ਇੱਕ ਇੰਪੋਰਟੈਂਸ ਹੈ ਨਗਰ ਯੋਜਨਾ ਦੀ, ਕਿ ਘਰ ਪੱਕੀਆਂ ਇੱਟਾਂ ਦੇ ਬਣੇ ਸੀ, ਘਰ 1 ਤੋਂ 2 ਮੰਜ਼ਿਲਾ ਸੀ, ਘਰ ਲੱਕੜੀ ਦਾ ਪ੍ਰਯੋਗ ਹੋਇਆ ਸੀ। ਇਸ ਰਸੋਈ ਘਰ ਅਤੇ ਇਸ਼ਨਾਨ ਘਰ ਤਾਂ ਹੋਇਆ ਹੀ ਕਰਦੇ ਸੀ, ਨਾਲ ਖੂਹ ਵੀ ਹੋਇਆ ਕਰਦੇ ਸੀ। ਅਤੇ ਆਪਣੇ ਕੋਲ ਇੱਕ ਗੱਲ ਇਹਦੀ ਹੋਰ ਹੈ ਕਿ ਇਹਨਾਂ ਦੀਆਂ ਜਿਹੜੀਆਂ ਸੜਕਾਂ 90 ਡਿਗਰੀ ਕੋਣ 'ਤੇ ਕੱਟਦੀਆਂ ਸੀ ਨਾ, ਉਹ ਵੀ ਬਹੁਤ ਵਧੀਆ ਸੀ। ਉਹਦੇ ਬਾਰੇ ਆਪਾਂ ਹੁਣ ਅੱਗੇ ਜਾਣਾਂਗੇ ਜੀ, ਥੋੜ੍ਹਾ ਧਿਆਨ ਦੇਣਾ ਸਾਰਿਆਂ ਨੇ। ਆਪਣੇ ਕੋਲ ਘਰਾਂ ਦੇ ਦਰਵਾਜ਼ੇ ਮੇਨ ਸੜਕ ਵੱਲ ਨਾ ਖੁੱਲ੍ਹ ਕੇ ਗਲੀਆਂ ਵੱਲ ਖੁੱਲ੍ਹਦੇ ਸਨ, ਪਰ ਕਾਲੀਆਂ ਬੰਗਾਂ ਅਤੇ ਲੋਥਲ ਵਿੱਚ ਘਰਾਂ ਦੇ ਦਰਵਾਜ਼ੇ ਮੇਨ ਸੜਕ, ਕਿਉਂਕਿ ਇਹ ਵਪਾਰਕ ਨਗਰ ਸੀ, ਇੱਥੇ ਵਪਾਰ ਹੋਇਆ ਕਰਦਾ ਸੀ। ਵੈਸੇ ਆਪਣੇ ਕੋਲ ਅੱਜ ਦੇ ਟਾਈਮ 'ਤੇ ਤਾਂ ਜਿੱਧਰ ਮਰਜ਼ੀ ਬੂਹਾ ਰੱਖ ਲੈਂਦੇ ਆਪਾਂ, ਪਰ ਉਸ ਸਮੇਂ ਇੰਨੀ ਟੈਕਨੋਲੋਜੀ ਡਿਵੈਲਪ ਸੀ ਕਿ ਇਹਨਾਂ ਨੇ ਆਪਦੇ ਘਰਾਂ ਦੇ ਬੂਹੇ ਜਿਹੜੇ ਹੈ ਮਤਲਬ ਗਲੀਆਂ ਵੱਲ ਸੀਗੇ। ਬਸ ਜਿਹੜੀ ਸ਼ੋਪ ਸੀ, ਦੁਕਾਨਾਂ ਸੀ, ਜਿੱਥੇ ਵਪਾਰ ਹੁੰਦਾ ਸੀ, ਉਹ ਉਹਨਾਂ ਦਾ ਮੇਨ ਗੇਟ 'ਤੇ ਹੋਇਆ ਕਰਦਾ ਸੀ ਜਿਹੜੇ ਦਰਵਾਜ਼ੇ। ਸੜਕਾਂ ਇੱਕ ਦੂਸਰੇ ਨੂੰ 90 ਡਿਗਰੀ 'ਤੇ ਜਾਂ ਸਮਕੋਣ 'ਤੇ ਕੱਟਦੀਆਂ ਸੀ। ਛੋਟੀਆਂ ਸੜਕਾਂ ਵੱਡੀਆਂ ਸੜਕਾਂ ਨੂੰ ਕੱਟਦੀਆਂ ਸੀ, ਭਾਵ ਜਾ ਛੋਟੀਆਂ ਸੜਕਾਂ ਕਿਹਦੇ ਵਿੱਚ ਜਾ ਮਿਲਦੀਆਂ ਸੀ, ਵੱਡੀਆਂ ਸੜਕਾਂ 'ਚ। ਇੱਟਾਂ ਦਾ ਅਨੁਪਾਤ ਹਾਈਟ, ਬ੍ਰੈਥ ਅਤੇ ਲੈਂਥ ਇਹਦੀ 1, 2, 4 ਸੈਂਟੀਮੀਟਰ ਸੀ। ਮਤਲਬ ਇੱਕ ਦੀ ਜਿਹੜੀ ਉਚਾਈ ਸੀ, 2 ਦੀ ਜਿਹੜੀ ਚੌੜਾਈ ਸੀ ਅਤੇ 3 ਦੀ ਲੰਬਾਈ ਸੀ। ਆਪਾਂ ਇਹਨਾਂ ਦੇ ਧਾਰਮਿਕ ਜੀਵਨ ਬਾਰੇ ਗੱਲ ਕਰ ਲਈਏ ਜੀ। ਧਾਰਮਿਕ ਜੀਵਨ, ਲੋਕ ਮਾਤਾ ਦੇਵੀ ਦੁਰਗਾ ਦੇਵੀ ਦੀ ਪੂਜਾ ਕਰਦੇ ਸੀ। ਉਹਨੂੰ ਆਦਿ ਦੁਰਗਾ ਦੇ ਨਾਮ ਨਾਲ ਜਾਣਿਆ ਗਿਆ। ਨਾਲ ਉਹ ਸ਼ਿਵ ਦੀ ਪੂਜਾ ਕਰਦੇ ਸੀ। ਸ਼ਿਵ ਨੂੰ ਪਸ਼ੂਪਤੀ ਦੀ ਜਿਹੜੀ ਹੈ ਨਾਮ ਦਿੱਤਾ ਗਿਆ। ਆਦਿ ਦੁਰਗਾ ਹੈ ਦੇਵੀ ਦੁਰਗਾ ਨੂੰ, ਠੀਕ ਹੈ, ਅਤੇ ਪਸ਼ੂਪਤੀ ਹੈ ਜਿਹੜਾ ਸ਼ਿਵ ਦੀ ਪੂਜਾ ਕਰਦੇ ਸਨ। ਪਸ਼ੂਪਤੀ ਦੀ ਪੂਜਾ ਕਰਨ ਦੀ ਸ਼ੁਰੂਆਤ ਇਹਨਾਂ ਨੇ ਹੀ ਕੀਤੀ ਹੈ। ਜਿਹੜੇ ਪਸ਼ੂਪਤੀ ਦੀ ਪਹਿਲਾਂ ਪੂਜਾ ਹੀ ਨਹੀਂ ਹੁੰਦੀ ਸੀ, ਸਿੰਧੂ ਘਾਟੀ ਲੋਕਾਂ ਨੇ ਹੀ ਪਸ਼ੂਪਤੀ ਦੀ ਪੂਜਾ ਕਰਨੀ ਸ਼ੁਰੂ ਕੀਤੀ। ਸ਼ਿਵ ਦੀ ਚਿੱਤਰਾਂ ਮੋਹਰਾਂ ਮਿਲੀਆਂ, ਮਤਲਬ ਜਿਹੜੇ ਸ਼ਿਵ ਦੀਆਂ ਜਿਹੜੀਆਂ ਚਿੱਤਰਾਂ ਵਾਲੀਆਂ ਮੋਹਰਾਂ ਵੀ ਆਪਾਂ ਨੂੰ ਮਿਲੀਆਂ ਨੇ ਸਿੰਧੂ ਘਾਟੀ ਸਭਿਅਤਾ ਦੀ। ਠੀਕ ਹੈ ਜੀ। ਫਿਰ ਆਪਾਂ ਗੱਲ ਕਰਦੇ ਹਾਂ ਜੀ, ਇਹਨੂੰ ਪਸ਼ੂਪਤੀ ਕਿਉਂ ਕਿਹਾ ਗਿਆ? ਪਸ਼ੂਪਤੀ ਨੂੰ ਪਸ਼ੂਪਤੀ ਤਾਂ ਕਿਹਾ ਗਿਆ, ਉਹਦੇ ਜਿਹੜਾ ਮੂਰਤੀ ਹੈ ਉਹਦੇ ਆਸੇ ਪਾਸੇ ਪਸ਼ੂ ਸੀ, ਇਸੇ ਕਰਕੇ ਉਹਦਾ ਨਾਮ ਪਸ਼ੂਪਤੀ ਹੋ ਗਿਆ। ਹਾਥੀ, ਬੈਲ, ਹਿਰਨ, ਸਾਨ, ਚੀਤਾ ਆਦਿ ਜਾਨਵਰ ਜਿਹੜੇ ਪਸ਼ੂਪਤੀ ਦੀ ਮੂਰਤੀ ਦੇ ਆਸੇ ਪਾਸੇ ਮਿਲੇ ਹੈ। ਕੁੱਬੜ ਵਾਲਾ ਸਾਂਢ ਮਿਲਿਆ ਆਦਿ ਜਾਨਵਰ ਅਤੇ ਜਿਹੜਾ ਹੈ ਰੁੱਖਾਂ ਦੀ ਵੀ ਪੂਜਾ ਕਰਦੇ ਸੀ। ਇਹ ਕੁੱਬੜ ਵਾਲੇ ਸਾਂਢ ਦੀ ਪੂਜਾ ਕਰਦੇ ਸੀ, ਔਰ ਰੁੱਖਾਂ ਦੀ ਜਾਨਵਰ ਵਿੱਚ ਤਾਂ ਕੁੱਬੜ ਵਾਲਾ ਸਾਂਢ ਹੀ ਹੋ ਗਿਆ। ਰੁੱਖਾਂ ਦੀ ਪੂਜਾ ਵਿੱਚ ਪਿੱਪਲ ਨੂੰ ਇਹ ਪੂਜਦੇ ਸੀ। ਠੀਕ ਹੈ ਜੀ। ਮੂਰਤੀ ਪੂਜਾ ਦੀ ਸ਼ੁਰੂਆਤ ਸਿੰਧੂ ਘਾਟੀ ਸੱਭਿਅਤਾ ਤੋਂ ਹੋਈ ਹੈ। ਇਹਨਾਂ ਦੇ ਘਰ ਵਿੱਚ ਮੰਦਰ ਨਹੀਂ ਮਿਲੇ। ਦੇਖੋ, ਮੰਦਰ ਦੀ ਸ਼ੁਰੂਆਤ ਤਾਂ ਨਹੀਂ ਹੋਈ, ਮੰਦਰ ਸ਼ੁਰੂ ਹੋਏ ਆ ਗੁਪਤ ਕਾਲ ਦੇ ਵਿੱਚ, ਬਟ ਜਿਹੜੇ ਹੈ ਮੂਰਤੀ ਪੂਜਾ ਦੀ ਸ਼ੁਰੂਆਤ ਹੀ ਜਿਹੜੀ ਹੋਈ ਹੈ ਉਹ ਸਿੰਧੂ ਘਾਟੀ ਸੱਭਿਅਤਾ ਨੇ ਕਹੀ ਹੈ। ਮੂਰਤੀਆਂ ਤਾਂ ਮਿਲੀਆਂ ਪਰ ਮੰਦਰ ਨਹੀਂ ਮਿਲੇ। ਮੰਦਰ ਗੁਪਤ ਕਾਲ ਦੇ ਵਿੱਚ ਹੋਏ ਸੀ। ਸਵਾਸਤਿਕ ਚਿੰਨ੍ਹ ਦੀ ਹੜੱਪਾ ਦੀ ਦੇਣ ਹੈ। ਸਵਾਸਤਿਕ ਚਿੰਨ੍ਹ ਇਸ ਤਰ੍ਹਾਂ ਦਾ ਚਿੰਨ੍ਹ ਹੁੰਦਾ ਜੀ, ਸਵਾਸਤਿਕ ਚਿੰਨ੍ਹ ਆਪਾਂ ਵੇਖਿਆ ਹੋਏਗਾ। ਇਹ ਸਵਾਸਤਿਕ ਚਿੰਨ੍ਹ ਜਿਹੜਾ ਹੈ ਕਿਹਨਾਂ ਦੀ ਦੇਣ ਹੈ ਜੀ? ਹੜੱਪਾ ਦੀ ਦੇਣ ਹੈ। ਇਹ ਲੋਕ ਜਾਦੂ ਟੂਣੇ ਵਿੱਚ ਵਿਸ਼ਵਾਸ ਰੱਖਦੇ ਸੀ। ਇਹ ਕਿਉਂ ਪਤਾ ਲੱਗਦਾ ਵੀ ਖੁਦਾਈ ਵਿੱਚ ਕਿਹੜਾ ਪਤਾ ਲੱਗਦਾ ਵੀ ਜਾਦੂ ਟੂਣਾ? ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਜਦੋਂ ਇਹਦੀ ਖੁਦਾਈ ਹੋਈ ਸੀ, ਇੱਥੇ ਤਵੀਤ ਮਿਲੇ, ਧਾਗੇ ਤਵੀਤ ਜਿਹੜੇ ਹੁੰਦੇ ਆ ਨਾ ਜਾਦੂ ਟੂਣੇ ਦੇ ਲਈ ਵਰਤੇ ਜਾਂਦੇ, ਉਹ ਮਿਲੇ ਆ। ਇੱਥੋਂ ਅੰਦਾਜ਼ਾ ਲਾਇਆ ਇਤਿਹਾਸਕਾਰਾਂ ਨੇ ਕਿ ਉਹ ਜਾਦੂ ਟੂਣਿਆਂ ਵਿੱਚ ਵਿਸ਼ਵਾਸ ਰੱਖਦੇ ਸੀ। ਨੈਕਸਟ, ਸਮਾਜਿਕ ਜੀਵਨ ਦਾ ਆਪਣੇ ਕੋਲ ਸਮਾਜਿਕ ਜੀਵਨ ਉਹਨਾਂ ਦਾ ਕਿਸ ਤਰ੍ਹਾਂ ਦਾ ਸੀ ਸੁਣਨਾ। ਇਹਨਾਂ ਦੀ ਸਮਾਜਿਕ ਪੱਧਤੀ ਉਚਿਤ ਸਮਤਾਵਾਦੀ ਸੀ। ਉਚਿਤ ਸਮਤਾਵਾਦੀ ਦਾ ਮਤਲਬ ਇਹ ਸੀ ਕਿ ਕੋਈ ਵੱਡਾ ਛੋਟਾ ਨਹੀਂ ਸੀ। ਸਮਤਾਵਾਦੀ ਤੋਂ ਭਾਵ ਹੈ ਸਮਾਨ ਸੀ, ਕਿਸੇ ਵੀ ਤਰ੍ਹਾਂ ਦੀ ਜਾਤ ਪਾਤ ਨਹੀਂ ਸੀ, ਸਮਾਜ ਨਹੀਂ ਵੰਡਿਆ ਸੀ। ਇਹਦੇ ਵਿੱਚ ਵਿਦਵਾਨ ਸੀ, ਯੋਧੇ ਸੀ, ਵਪਾਰੀ, ਸ਼ਿਲਪਕਾਰ ਅਤੇ ਮਜ਼ਦੂਰ ਇਹਨਾਂ ਨੂੰ ਕਿਹਾ ਗਿਆ ਹੈ।
ਬਟ ਚਾਰ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਚਾਰਾਂ ਚੀਜ਼ਾਂ ਦੇ ਵਿੱਚ ਹੈ ਕਿ ਇਹ ਸ਼ਿਲਪਕਾਰ ਤੇ ਮਜ਼ਦੂਰ ਇੱਕੋ ਹੀ ਹੈ। ਵਿਦਵਾਨ ਜਿਹੜਾ ਗਿਆਨ ਦਿੰਦਾ ਸੀ, ਵਿਦਵਾਨ ਸੀ, ਯੋਧਾ ਸੀ ਜਿਹੜਾ ਰੱਖਿਆ ਕਰਦਾ ਸੀ, ਸੈਨਾ ਵਿੱਚ ਭਰਤੀ ਹੁੰਦਾ ਸੀ, ਵਪਾਰ ਜਿਹੜਾ ਵਪਾਰੀ ਕਰਦਾ ਸੀ, ਔਰ ਸ਼ਿਲਪਕਾਰ ਮਜ਼ਦੂਰ ਜਿਹੜਾ ਮਿਹਨਤ ਕਰਦਾ ਸੀ। ਪਰ ਜੇਕਰ ਸ਼ਿਲਪਕਾਰ ਗਿਆਨ ਦੇਣ ਦੇ ਜਾਣ ਲੱਗਿਆ ਤਾਂ ਉਹ ਵਿਦਵਾਨ ਬਣ ਜਾਂਦਾ ਸੀ, ਹੁਣ ਉਹ ਮਜ਼ਦੂਰ ਨਹੀਂ ਰਿਹਾ। ਜੇ ਉਹੀ ਮਜ਼ਦੂਰ ਸੈਨਾ ਵਿੱਚ ਭਰਤੀ ਹੋ ਗਿਆ ਤਾਂ ਯੋਧਾ ਬਣ ਜਾਂਦਾ ਸੀ, ਔਰ ਉਹੀ ਮਜ਼ਦੂਰ ਵਪਾਰ ਕਰਨ ਲੱਗਿਆ ਤਾਂ ਉਹ ਵਪਾਰੀ ਹੋ ਜਾਂਦਾ ਸੀ। ਮਤਲਬ ਕੋਈ ਬਾਊਂਡੇਸ਼ਨ ਨਹੀਂ ਸੀ, ਜੋ ਜਿਹੋ ਜਿਹਾ ਕੰਮ ਕਰੇਗਾ ਉਹ ਉਹੋ ਜਿਹਾ ਹੋ ਜਾਏਗਾ। ਪਰ ਅੱਗੇ ਜਾ ਕੇ ਉੱਤਰ ਵੈਦਿਕ ਕਾਲ ਦੇ ਵਿੱਚ ਇਹਨਾਂ ਦੀ ਦਸ਼ਾ ਖਤਮ ਹੋ ਜਾਂਦੀ, ਜਾ ਕੇ ਵਰਨਾਂ ਵਿੱਚ ਚੇਂਜ ਹੋ ਜੂਗੀ, ਔਰ ਵਰਣ ਵਿੱਚ ਚੇਂਜ ਨਹੀਂ ਹੋ ਸਕਦੇ ਸੀ। ਜੋ ਬ੍ਰਾਹਮਣ, ਉਹ ਬ੍ਰਾਹਮਣ ਉਹਦੀ ਜਾਤ ਹੀ ਬਣ ਜਾਣੀ ਸੀ, ਔਰ ਜਿਹੜਾ ਕਸ਼ਤਰੀ ਕਸ਼ਤਰੀ ਉਹਦੀ ਜਾਤ ਬਣ ਜਾਣੀ ਸੀ, ਔਰ ਉਵੇਂ ਵੈਸ਼ ਸ਼ੂਦਰ ਬਣ ਜਾਣੇ ਸੀ। ਪਰ ਇੱਥੇ ਕੀ ਹੈ, ਜੋ ਕੰਮ ਸੀ ਉਹ ਉਹਦਾ ਜਿਹੜਾ ਸਮਾਜ ਉਸੇ ਤਰ੍ਹਾਂ ਦਾ ਵੰਡਿਆ ਸੀ। ਵਿਦਵਾਨ ਗਿਆਨ ਵੰਡਦਾ ਸੀ, ਜੇ ਗਿਆਨ ਛੱਡ ਕੇ ਉਹ ਮਜ਼ਦੂਰੀ ਕਰਨ ਲੱਗ ਗਿਆ ਤਾਂ ਉਹ ਮਜ਼ਦੂਰ ਵਰਗ 'ਚ ਆ ਗਿਆ। ਜੇ ਉਹ ਮਜ਼ਦੂਰੀ ਛੱਡ ਕੇ ਵਪਾਰ ਕਰਨ ਲੱਗ ਗਿਆ ਉਹ ਵਪਾਰੀ ਆ ਗਿਆ। ਜੇ ਵਪਾਰੀ ਸੈਨਾ ਵਿੱਚ ਭਰਤੀ ਹੋ ਗਿਆ ਤਾਂ ਉਹ ਯੋਧਾ ਬਣ ਗਿਆ। ਇਸ ਤਰ੍ਹਾਂ ਹੋਇਆ ਕਰਦਾ ਸੀ। ਸਿੰਧੂ ਘਾਟੀ ਸਭਿਅਤਾ ਦੀ ਗੱਲ ਕਰ ਰਹੇ ਹਾਂ ਆਪਾਂ ਜੀ। ਨੈਕਸਟ ਆਪਣੇ ਕੋਲ ਇਸਤਰੀਆਂ ਦੀ ਦਸ਼ਾ ਚੰਗੀ ਸੀ ਜੀ। ਇਹ ਕਿਸੇ ਤਰ੍ਹਾਂ ਦੀ ਕੋਈ ਕੁਰੀਤੀ ਨਹੀਂ ਫੈਲੀ ਸੀ। ਕਹਿੰਦੇ ਨਾ ਬਾਲ ਵਿਆਹ ਸੀ ਉਸ ਸਮੇਂ, ਨਾ ਸਤੀ ਪ੍ਰਥਾ ਸੀ, ਨਾ ਪਰਦਾ ਪ੍ਰਥਾ ਸੀ। ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਸਮਝਦਾ ਸੀ। ਦੇਖੋ ਇਹ ਤਾਂ ਅੱਗੇ ਜਾ ਕੇ ਧਾਰਨਾ ਜਿਹੜੀ ਬਣੀ ਹੈ ਨਾ ਉਹਦੇ ਵਿੱਚ ਹੈ, ਪਰ ਇੱਥੇ ਕੋਈ ਇਹੋ ਜਿਹਾ ਉਹ ਨਹੀਂ ਸੀ। ਬੜਾ ਵਧੀਆ ਇਹ ਸੀਗਾ। ਨੈਕਸਟ, ਲੋਕ ਫੈਸ਼ਨ ਕਰਦੇ ਸੀ ਜੀ। ਫੈਸ਼ਨ ਕਰਦੇ ਸੀ, ਮਣਕੇ, ਚੂੜੀਆਂ, ਹਾਰ, ਵਾਲੀਆਂ, ਕੈਂਠੇ, ਸੁਰਮਾ, ਕੜੇ, ਲਾਲੀ ਆਦਿ ਚੀਜ਼ਾਂ ਦਾ ਪ੍ਰਯੋਗ ਕਰਦੇ ਸੀ, ਕਿਉਂਕਿ ਖੁਦਾਈ ਦੇ ਦੌਰਾਨ ਇਹ ਚੀਜ਼ਾਂ ਆਪਾਂ ਨੂੰ ਮਿਲੀਆਂ ਨੇ। ਠੀਕ ਹੈ, ਤਾਂ ਇਸ ਕਰਕੇ ਅਤੇ ਪਹਿਰਾਵਾ, ਔਰਤਾਂ ਘੱਗਰਾ ਚੋਲੀ ਪਹਿਨਦੀਆਂ ਸੀ, ਮਰਦ ਧੋਤੀ ਪਹਿਨਦੇ ਸੀ ਅਤੇ ਸ਼ਾਲ ਲਪੇਟਦੇ ਸੀ। ਮਨੋਰੰਜਨ, ਇਹ ਨੱਚਣਾ, ਜੂਆ ਖੇਡਣਾ, ਚੌਪੜ ਖੇਡਣਾ, ਸ਼ਿਕਾਰ ਕਰਨਾ, ਬਲਦ ਗੱਡੀ ਦੀ ਦੌੜ ਆਦਿ ਕਰਨਾ ਇਹਨਾਂ ਦਾ ਮਨੋਰੰਜਨ ਦੇ ਸਾਧਨ ਸਨ। ਮੌਤ ਤੋਂ ਬਾਅਦ ਸਰੀਰ ਨੂੰ ਸਾੜਨ ਅਤੇ ਦਫਨਾਉਣ ਦੋਵਾਂ ਪ੍ਰਥਾ ਹੀ ਪ੍ਰਚਲਿਤ ਸੀ। ਸਮਾਜ ਮਾਤਰ ਪ੍ਰਧਾਨ ਸੀ। ਮਾਤਰ ਪ੍ਰਧਾਨ ਤੋਂ ਭਾਵ ਇਸਤਰੀ ਪ੍ਰਧਾਨ, ਕਿਉਂਕਿ ਸਭ ਤੋਂ ਵੱਧ ਮੂਰਤੀਆਂ ਇਸਤਰੀਆਂ ਦੀ ਮਿਲੀਆਂ ਅਤੇ ਇਤਿਹਾਸਕਾਰਾਂ ਨੇ ਇੱਥੋਂ ਅੰਦਾਜ਼ਾ ਲਾਇਆ ਕਿ ਇਹ ਮਾਤਰ ਪ੍ਰਧਾਨ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਸਮਾਜ ਦੀ ਵੰਡ ਕੰਮ ਦੇ ਆਧਾਰਿਤ ਸੀ। ਜਿਹੜਾ ਵਿਦਵਾਨ ਸੀ ਉਹ ਪੁਰੋਹਿਤ ਕਿਹਾ ਜਾਂਦਾ ਸੀ ਉਹਨੂੰ। ਯੋਧਾ ਸੀ ਜਿਹੜਾ, ਠੀਕ ਹੈ ਜੀ, ਜਿਹੜਾ ਮੈਂ ਤੁਹਾਨੂੰ ਦੱਸਿਆ ਹੀ ਪਹਿਲਾਂ ਸੈਨਾ ਵਿੱਚ ਭਰਤੀ ਸੀ। ਵਪਾਰ ਜਿਹੜਾ ਵਪਾਰ ਕਰਦਾ ਸੀ। ਮਜ਼ਦੂਰ ਵਰਗ ਜਿਹੜਾ ਮਜ਼ਦੂਰ, ਇਹ ਆਪਸ 'ਚ ਆਪਦੇ ਚੇਂਜ ਕਰ ਸਕਦੇ, ਜੋ ਕੰਮ ਕਰਦੇ ਆ ਉਹ ਬਣ ਜਾਂਦਾ ਸੀ। ਲੋਕ ਮਾਸਾਹਾਰੀ ਸੀ, ਮਾਸ ਵੀ ਖਾਂਦੇ ਸੀ, ਸ਼ਾਕਾਹਾਰੀ ਸੀ, ਦੋਨੋਂ ਸੀ। ਫਸਲ ਕਣਕ, ਜੌਂ, ਤਿਲ, ਦਾਲਾਂ ਇਹਨਾਂ ਦੇ ਮੁੱਖ ਖਾਦ ਪਦਾਰਥ ਸੀ। ਚਾਵਲ ਦੇ ਪ੍ਰਮਾਣਿਕ, ਚਾਵਲ ਖਾਦ ਪਦਾਰਥ ਦੇ ਵਿੱਚ ਨਹੀਂ ਆਉਂਦਾ, ਚਾਵਲ ਦੇ ਸਿਰਫ ਪ੍ਰਮਾਣ ਮਿਲੇ, ਪਰ ਮੇਨ ਖਾਦ ਪਦਾਰਥ ਕਣਕ ਕਹਾਂਗੇ, ਫਿਰ ਜੌਂ ਵੀ ਕਹਾਂਗੇ, ਤਿਲ, ਦਾਲਾਂ, ਠੀਕ ਹੈ। ਤੰਬਾਕੂ ਬਾਰੇ ਇਹਨਾਂ ਨੂੰ ਨੌਲੇਜ ਨਹੀਂ ਸੀ। ਗੰਨੇ ਬਾਰੇ ਨੌਲੇਜ ਨਹੀਂ ਸੀ। ਗੰਨੇ ਬਾਰੇ ਨਹੀਂ ਜਾਣਕਾਰੀ ਸੀ, ਔਰ ਇਹ ਮਿੱਠੇ ਦੇ ਲਈ ਆਪਣੀ ਸ਼ਹਿਦ ਦੀ ਵਰਤੋਂ ਕਰਦੇ ਸੀ। ਚਾਵਲ ਦੇ ਪ੍ਰਮਾਣ ਰੰਗਪੁਰ ਤੇ ਲੋਥਲ 'ਚ ਮਿਲਣੇ, ਮਤਲਬ ਚਾਵਲ ਇਹਨਾਂ ਦਾ ਮੁੱਖ ਪਦਾਰਥ ਨਹੀਂ ਸੀ। ਮਣਕੇ ਬਣਾਉਣ ਦਾ ਕਾਰਖਾਨਾ ਚੰਦੂਹੜੋ ਵਿੱਚ ਮਿਲਿਆ। ਮਣਕੇ ਬਣਾਉਣ ਦਾ ਕਾਰਖਾਨਾ ਕਿੱਥੋਂ ਮਿਲਿਆ ਜੀ? ਚੰਦੂਹੜੋ 'ਚ। ਚੰਦੂਹੜੋ ਵਿੱਚ ਇੱਕ ਇੱਟ ਦੇ ਬਿੱਲੀ ਦਾ ਪਿੱਛਾ ਕਰਦੇ ਹੋਏ ਕੁੱਤੇ ਦੇ ਪੈਰਾਂ ਦੇ ਨਿਸ਼ਾਨ ਹੈ। ਮਤਲਬ ਬਿੱਲੀ ਅੱਗੇ ਜਾ ਰਹੀ ਹੈ, ਉਹਦਾ ਪਿੱਛੇ ਕੁੱਤਾ ਉਹਦਾ ਪਿੱਛਾ ਕਰ ਰਿਹਾ, ਅਤੇ ਉਹ ਜਿਹੜੀ ਹੈ ਉਹਦੇ ਨਿਸ਼ਾਨ ਹੈ ਜਿਹੜੇ ਬਿੱਲੀ ਦਾ ਪਿੱਛਾ ਕਰਦੇ ਹੋਏ ਕੁੱਤੇ ਦੇ ਪੈਰਾਂ ਦੇ ਨਿਸ਼ਾਨ, ਮਤਲਬ ਨਿਸ਼ਾਨ ਤਾਂ ਉਹਨਾਂ ਦੇ ਪੈਰਾਂ ਦੇ ਹੀ ਹੋਣਗੇ, ਤਾਂ ਉਹ ਆਪਾਂ ਨੂੰ ਮਿਲੇ ਕਿੱਥੇ ਹੈ ਜੀ? ਚੰਦੂਹੜੋ 'ਚ। ਠੀਕ ਹੈ, ਮਤਲਬ ਇੱਥੇ ਇੱਕ ਲੌਜਿਕ ਜਿਹਾ ਲਾ ਲਾਂਗੇ। ਚੰਦੂ ਨਾਮ ਦਾ ਇੱਕ ਚੂਹਾ ਹੈ, ਉਹਦੇ ਪਿੱਛੇ ਬਿੱਲੀ ਭੱਜੀ, ਬਿੱਲੀ ਪਿੱਛੇ ਕੁੱਤਾ ਭੱਜਾ, ਤਾਂ ਬਿੱਲੀ ਪਿੱਛੇ ਕੁੱਤੇ ਦੇ ਪੈਰਾਂ ਦੇ ਨਿਸ਼ਾਨ ਕਿੱਥੇ ਮਿਲੇ? ਚੰਦੂਹੜੋ। ਬਸ ਇੰਨਾ ਯਾਦ ਰੱਖ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕਿ ਆਪਣੇ ਕੋਲ ਲੋਕ ਮੱਛੀ ਪਕੜਦੇ ਸੀ। ਆਪਾਂ ਨੂੰ ਕਿਵੇਂ ਪਤਾ ਲੱਗਿਆ? ਮੱਛੀ ਪਕੜਨ ਵਾਲੇ ਕੰਡੇ ਮਿਲੇ ਆ, ਜਿਹਨੂੰ ਮੱਛੀ ਪਕੜਨ ਵਾਲੇ ਜਿਹੜੇ ਨੈੱਟ ਵੀ ਹੁੰਦੇ ਆ, ਕੰਡੇ ਹੁੰਦੇ ਆ, ਜਿਨ੍ਹਾਂ ਨੂੰ ਮੱਛੀ ਫੜਦੇ ਉਹਨਾਂ ਨੂੰ ਪਤਾ ਹੁੰਦਾ। ਮਿੱਟੀ ਦੇ ਭਾਂਡੇ ਮਿਲੇ ਆ, ਤਾਂਬੇ ਕਾਂਸੇ ਦੇ ਭਾਂਡੇ ਮਿਲੇ, ਬਰਤਨ ਇੱਥੇ ਮਿਲੇ। ਠੀਕ ਹੈ ਜੀ, ਔਰ ਬਰਤਨ ਜਿਹੜੇ ਮਿੱਟੀ ਦੇ ਮਿਲੇ ਉਹਨਾਂ ਦੇ ਉੱਪਰ ਇਹ ਲਾਲ ਰੰਗ ਕਰਦੇ ਸੀ, ਰੈੱਡ ਕਲਰ ਜਿਹੜਾ ਹੈ ਉਹਦੇ ਨਾਲ ਪੇਂਟਿੰਗ ਕਰਦੇ ਸੀ। ਕਿਲ੍ਹਾਬੰਦੀ ਮਿਲੀ ਹੈ, 2 ਭਾਗ ਸੀ ਇਹਦੇ, ਉੱਪਰਲਾ ਭਾਗ, ਹੇਠਲਾ ਭਾਗ। ਉੱਪਰਲੇ ਭਾਗ ਵਿੱਚ ਕਿਲ੍ਹਾਬੰਦੀ ਮਿਲੀ ਹੈ, ਆਸੇ ਪਾਸੇ ਕਿਲ੍ਹਾਬੰਦੀ ਹੋਈ ਸੀ, ਅਤੇ ਵਿਚਾਲੇ ਲੋਕ ਵਸਦੇ ਸੀ। ਕਿਲ੍ਹਾਬੰਦੀ ਤੋਂ ਭਾਵ ਹੁੰਦਾ ਹੈ ਆਸੇ ਪਾਸੇ ਇਸ ਤਰ੍ਹਾਂ ਦੀਵਾਰਾਂ ਬਣਾ ਲੈਣੀਆਂ ਅਤੇ ਲੋਕ ਅੰਦਰ ਰਹਿੰਦੇ ਸੀ, ਬਾਊਂਡਰੀ ਹੁੰਦੀ ਸੀ ਕਿਲ੍ਹੇ, ਆਪਾਂ ਨੂੰ ਪਤਾ ਹੀ ਹੈ। ਉੱਪਰਲੇ ਭਾਗ ਸ਼ਾਸਕਾਂ ਦੇ ਸੀ,
ਤੇ ਸਰਵਜਨਕ ਭਵਨ ਹੁੰਦੇ ਸੀ। ਉੱਪਰਲੇ ਭਾਗ 'ਚ ਹੀ ਕਿਲ੍ਹਾਬੰਦੀ ਮਿਲੀ ਆਪਾਂ ਨੂੰ। ਪਰ ਇੱਕ ਕਾਲੀ ਮੰਗਾ ਜਿੱਥੇ ਹੇਠਲੇ ਭਾਗ 'ਚ ਮਿਲੀ, ਬਾਕੀ ਸਾਰਿਆਂ 'ਚ ਮੰਨ ਲਓ ਉੱਪਰਲਾ ਭਾਗ ਇੱਕ ਆ ਹੋ ਗਿਆ, ਇੱਕ ਹੇਠਲਾ ਹੋ ਗਿਆ। ਇੱਥੇ ਕਿਲ੍ਹਾਬੰਦੀ ਹੈ, ਇੱਥੇ ਕਿਲ੍ਹਾਬੰਦੀ ਨਹੀਂ ਸੀ। ਇੱਥੇ ਸਰਵਜਨਕ ਭਵਨ ਸੀ, ਕਰਮਚਾਰੀ ਰਹਿੰਦੇ ਸੀ, ਰਾਜੇ ਵਰਗੇ ਰਾਜ ਨੇ। ਇੱਥੇ ਆਮ ਜਨਤਾ ਰਹਿੰਦੀ ਸੀ। ਇੱਥੇ ਕਿਲ੍ਹਾਬੰਦੀ ਸੀ, ਇੱਥੇ ਕਿਲ੍ਹਾਬੰਦੀ। ਰਾਜੇ ਹੀ ਆਪਣੇ ਆਪ ਨੂੰ ਜਿਹੜਾ ਸਿਕਿਉਰ ਕਰਕੇ ਚੱਲਦੇ ਸੀ ਕਿਲ੍ਹਾਬੰਦੀ ਬਣਾ ਕੇ। ਆਮ ਜਨਤਾ ਕੋਲ ਤੱਕ ਹੈ ਹੀ ਨਹੀਂ ਸੀ ਕੁਛ ਸਮਝ ਲਓ ਲੁੱਟਣ ਲਈ, ਤਾਂ ਉਹਨਾਂ ਨੇ ਕਿਲ੍ਹਾਬੰਦੀ ਉਹਨਾਂ ਦੀ ਬਣਦੀ ਵੀ ਨਹੀਂ ਸੀ, ਕਰਦੇ ਹੀ ਨਹੀਂ ਸੀ। ਨੈਕਸਟ ਆਰਥਿਕ ਜੀਵਨ, ਸਿੰਧੂ ਘਾਟੀ ਦਾ ਆਰਥਿਕ ਜੀਵਨ ਦੀ ਗੱਲ ਕਰੀਏ ਜੀ, ਤਾਂ ਇਹ ਵੀ ਇੰਪੋਰਟੈਂਟ ਹੈ। ਇਹਨਾਂ ਦਾ ਮੁੱਖ ਧੰਦਾ ਵਪਾਰ ਸੀ ਜੀ, ਵਪਾਰ ਇਹਨਾਂ ਦਾ ਮੁੱਖ ਧੰਦਾ ਸੀ। ਇਹ ਫਿਰ ਉਸ ਤੋਂ ਬਾਅਦ ਖੇਤੀਬਾੜੀ ਵੀ ਕਰਦੇ ਸੀ। ਖੇਤੀਬਾੜੀ ਜਿਵੇਂ ਆਪਾਂ ਕੀਤਾ ਨਾ, ਕਣਕ, ਜੌਂ, ਹੈ ਨਾ, ਮਟਰ, ਅਤੇ ਇਹਨਾਂ ਦੀ ਜਿਹੜਾ ਤਿਲ ਹੈ ਨਾ, ਇਹਨਾਂ ਦੀ ਕਰਦੇ ਸੀ ਖੇਤੀ। ਔਰ ਚਾਵਲ ਦੇ ਵੀ ਪ੍ਰਮਾਣ ਮਿਲੇ ਸੀ। ਇੱਥੇ ਟੈਰਾਕੋਟਾ ਦੀ ਮੋਹਰ ਮਿਲੀ ਹੈ ਜੀ, ਜਿਹਨੂੰ ਸਿਲਖੜੀ ਕਿਹਾ ਗਿਆ। ਸਭ ਤੋਂ ਪਹਿਲਾਂ ਕਪਾਹ ਦੀ ਖੇਤੀ ਕਿਹਨਾਂ ਨੇ ਕੀਤੀ? ਸਿੰਧੂ ਘਾਟੀ ਲੋਕਾਂ ਨੇ ਕੀਤੀ। ਕਪਾਹ, ਗਰੀਕ ਲੋਕਾਂ ਨੇ ਕਪਾਹ ਨੂੰ ਨਾਮ ਦਿੱਤਾ ਸਿੰਡਨ, ਠੀਕ ਹੈ ਜੀ। ਇਹ ਜਿਹੜੀ ਖੇਤੀ ਕਰਦੇ ਸੀ ਉਹਦੇ ਬਾਰੇ ਆਪਾਂ ਗੱਲ ਕਪਾਹ ਦੀ ਖੇਤੀ ਇੰਪੋਰਟੈਂਟ ਕਿਉਂ ਹੈ? ਕਿਉਂਕਿ ਸ਼ੁਰੂਆਤ ਹੀ ਇਹਨਾਂ ਨੇ ਕੀਤੀ ਹੈ। ਕਣਕ, ਜੌਂ, ਕਪਾਹ, ਤਰਬੂਜ, ਦਾਲਾਂ, ਮਟਰ ਆਪਾਂ ਪਹਿਲਾਂ ਕੀਤੇ। ਕਣਕ, ਜੌਂ, ਕਪਾਹ, ਤਰਬੂਜ, ਕਪਾਹ ਦੀ ਖੇਤੀ ਇਹਨਾਂ ਨੇ ਸ਼ੁਰੂ ਕੀਤੀ ਸੀ। ਤਰਬੂਜ, ਦਾਲਾਂ, ਮਟਰ ਦੀ ਖੇਤੀ ਕੀਤੀ। ਕਾਲੀਆਂ ਵੰਗਾਂ ਵਿੱਚ ਬੀਜੇ ਹੋਏ ਖੇਤ ਮਿਲੇ ਸਹੀ, ਠੀਕ ਹੈ ਜੀ। ਅਤੇ ਇਸ ਤੋਂ ਪਤਾ ਲੱਗਦਾ ਵੀ ਇਹ ਖੇਤੀ ਕਰਦੇ ਸੀ। ਧੋਲਾਵੀਰਾ ਤੋਂ ਜਲ ਪ੍ਰਬੰਧ ਮਿਲਿਆ, ਤਾਂ ਜਲ ਪ੍ਰਬੰਧ ਸਭ ਤੋਂ ਵਧੀਆ ਕਿੱਥੋਂ ਮਿਲਿਆ? ਧੋਲਾਵੀਰਾ, ਠੀਕ ਹੈ। ਵੀਰਾ ਧੋਲਾ, ਆਪਣੇ ਕੋਲ ਕੱਪੜੇ ਸੀਗੇ, ਕੱਪੜੇ ਧੋਲਾ। ਤਾਂ ਪਰ ਕਿਉਂ ਧੋਲਾ ਕੱਪੜੇ? ਕਿਉਂਕਿ ਜਲ ਦਾ ਪ੍ਰਬੰਧ ਵਧੀਆ। ਬਸ ਇੱਥੋਂ ਯਾਦ ਲੋਜਿਕ ਲਾ ਲਾਂਗੇ, ਧੋਲਾ ਵੀਰਾ, ਕੱਪੜੇ ਧੋਲਾ, ਕਿਉਂਕਿ ਪਾਣੀ ਦਾ ਪ੍ਰਬੰਧ ਹੈ ਇੱਥੇ। ਬੰਨਵਾਲੀ ਵਿੱਚ ਮਿੱਟੀ ਦੇ ਹੱਲ ਮਿਲੇ, ਬਣਾਵਟੀ ਹੱਲ ਹੋ ਗਏ ਸਮਝ ਲਓ। ਚਾਵਲ ਕਿੱਥੇ ਮਿਲੇ ਆ? ਲੋਥਲ ਦੇ ਰੰਗਪੁਰ ਦੇ ਵਿੱਚ ਮਿਲੇ। ਲੋਥਲ ਵਿੱਚ ਹਾਥੀ ਦੰਦ ਮਿਲੇ ਆ, ਵਪਾਰ ਲਈ ਯੂਜ਼ ਕਰਦੇ ਸੀ ਹਾਥੀ ਦੰਦ। ਇਹਨਾਂ ਦਾ ਵਪਾਰ ਹੁੰਦਾ ਸੀ ਜੀ, ਠੀਕ ਹੈ, ਹਾਥੀ ਦੰਦਾਂ ਦਾ। ਉੱਤੇ ਫਿਰ ਹਾਥੀ ਦੰਦ ਦੇ ਅੱਜ ਵੀ ਚੂੜੇ ਬਣਦੇ ਹਾਥੀ ਦੰਦ। ਵਪਾਰ ਇਹਨਾਂ ਦਾ ਮੈਸੋਪੋਟਾਮੀਆ, ਮਿਸਰ ਨਾਲ ਵਪਾਰ ਹੋਇਆ ਕਰਦਾ ਸੀ। ਰਾਜਸਥਾਨ ਦੀ ਖੇਤੜੀ ਵਿੱਚ ਇਹ ਤਾਂਬਾ ਮੰਗਵਾਉਂਦੇ ਸੀ, ਇਹਨੂੰ ਤਾਂਬੇ ਦਾ ਪਤਾ ਲੱਗਦਾ। ਅੱਜ ਵੀ ਤਾਂਬਾ ਖੇਤੜੀ ਤੋਂ ਹੀ ਮੰਗਵਾਇਆ ਜਾਂਦਾ। ਖਾਣੇ ਵਿੱਚ ਇਹ ਮਿੱਠੇ ਲਈ ਸ਼ਹਿਦ ਦੀ ਵਰਤੋਂ ਕਰਦੇ ਸੀ ਜੀ। ਖਾਣੇ ਵਿੱਚ ਕਿਹਦੀ ਵਰਤੋਂ ਕਰਦੇ ਸੀ? ਸ਼ਹਿਦ ਦੀ। ਤੁਸੀਂ ਨਾਲ ਕੋਸ਼ਿਸ਼ ਕਰਿਆ ਕਰੋ ਧਿਆਨ ਨਾਲ ਸੁਣਨ ਦੀ ਵੀ। ਮੈਂ ਬੋਲਦਾ ਹੁੰਦਾ ਕੁਐਸਚਨ ਤਾਂ ਤੁਸੀਂ ਆਨਸਰ ਦੇਣ ਦੀ ਵੀ ਕੋਸ਼ਿਸ਼ ਕਰਿਆ ਕਰੋ। ਅੱਗੇ ਜਾ ਕੇ ਆਪਣੇ ਕੁਐਸਚਨ ਹੀ ਹੋਣਗੇ ਵੈਸੇ ਜਦੋਂ ਕਰਾਂਗੇ। ਲੋਥਲ ਵਿੱਚ ਮਾਪ ਤੋਲ ਦੇ ਪੈਮਾਨੇ ਮਿਲੇ ਆ 16 ਦੇ ਅਨੁਪਾਤ ਵਿੱਚ, ਠੀਕ ਹੈ। ਆਪਾਂ ਨੂੰ ਪਤਾ ਲੱਗਦਾ ਇਹਨਾਂ ਦਾ ਜਿਹੜਾ ਇਹਨਾਂ 16 ਦੇ ਅਨੁਪਾਤ, ਜਿਵੇਂ ਕਿਲੋ, ਅੱਧਾ ਕਿਲੋ, ਪਾਈਆ, 100 ਗ੍ਰਾਮ, 200 ਗ੍ਰਾਮ। ਉਹ ਆਪਣੇ ਕੋਲ ਤਾਂ ਇਸ ਟਾਈਮ ਦਾ ਬਹੁਤ ਪੈਮਾਨੇ, ਰੱਤੀ ਵੀ ਹੈ, ਕਿਲੋ ਵੀ ਹੈ, ਟਨ ਵੀ ਹੈ ਨਾ, ਔਰ ਕੁਇੰਟਲ ਵੀ ਹੈ। ਪਰ ਇਹਨਾਂ ਕੋਲ ਸਿਰਫ 16 ਦੇ ਅਨੁਪਾਤ 'ਚ ਹੀ ਪੈਮਾਨੇ ਮਿਲੇ, ਮਾਪ ਤੋਲ ਦੇ। ਮਿਲੇ ਕਿੱਥੋਂ ਹੈ? ਲੋਥਲ ਤੋਂ। ਲੋਕ ਉੱਨੀ ਸੂਤੀ ਕੱਪੜੇ ਪਹਿਨਦੇ। ਸੂਤੀ ਤਾਂ ਪਾਉਣਗੇ ਕਿਉਂਕਿ ਕਪਾਹ ਦੀ ਖੇਤੀ ਕਰਦੇ ਸੀ, ਅਤੇ ਉੱਨੀ ਵੀ ਪਾਉਂਦੇ ਸੀ। ਕਤਾਈ ਬੁਣਾਈ ਦੇ ਉਪਕਰਨ ਮਿਲੇ। ਤਕਲੀ, ਸੂਈ ਵੀ ਮਿਲੀ ਇੱਥੋਂ, ਚਰਖੇ ਦਾ ਸਮਾਨ ਮਿਲੇ। ਆ ਜਾਂਦਾ ਇਸ ਸਿੰਧੂ ਘਾਟੀ ਸਭਿਅਤਾ ਦਾ ਆਕਾਰ ਕਿਸ ਤਰ੍ਹਾਂ ਦਾ ਸੀ? ਤਾਂ ਇਸ ਸਿੰਧੂ ਘਾਟੀ ਦਾ ਆਕਾਰ ਤਿਕੋਣਾ ਸੀ। ਇਸ ਤਰ੍ਹਾਂ ਇਹਨੂੰ ਤਿਕੋਣਾ ਆਪਾਂ ਕਹਾਂਗੇ। ਉੱਤਰ ਵਿੱਚ ਇਹਦੇ ਮਾਂਡਾ ਸੀ, ਅਤੇ ਦੱਖਣ ਵਿੱਚ ਇਹਦੇ ਦਹਿਮਾਬਾਦ ਸੀ। ਉੱਤਰ ਮਾਂਡਾ ਜਿਹੜਾ ਹੈਗਾ ਜੰਮੂ ਕਸ਼ਮੀਰ 'ਚ, ਅਤੇ ਦਹਿਮਾਬਾਦ ਮਹਾਰਾਸ਼ਟਰ 'ਚ ਹੈ। ਪੂਰਬ ਵਿੱਚ ਇਹਦੇ ਆਲਮਗੀਰਪੁਰ, ਅਤੇ ਪੱਛਮ ਵਿੱਚ ਸੁਰਕੇਡਰ ਸੀ ਬਲੋਚਿਸਤਾਨ ਦੇ ਵਿੱਚ। ਤਾਂ ਆਕਾਰ ਕਿਸ ਤਰ੍ਹਾਂ ਸੀ? ਤਿਕੋਣਾ ਸੀ ਜੀ। ਇਸ ਗੱਲ ਦਾ ਵੀ ਧਿਆਨ ਰੱਖਣਾ ਆਪਾਂ। ਨੈਕਸਟ ਆਪਾਂ ਗੱਲ ਕਰ ਰਹੇ ਹਾਂ ਜੀ ਖੇਤਰਫਲ। ਇਹਦਾ ਖੇਤਰਫਲ ਆਪਾਂ ਯਾਦ ਕਰਨ ਵਾਸਤੇ ਉਵੇਂ ਨਹੀਂ ਕਰਨਾ, ਆਪਾਂ ਸਿਰਫ ਯਾਦ ਰੱਖਣਾ 1299,600। ਹਾਂਜੀ, ਕਿੰਨਾ ਰੱਖਣਾ ਜੀ? 1299,600 ਕਿਲੋਮੀਟਰ ਸਕੁਏਅਰ ਸੀਗਾ। ਸਿੰਧੂ ਘਾਟੀ ਸਭਿਅਤਾ ਕਿੱਥੋਂ ਤੱਕ ਫੈਲੀ ਹੋਈ ਸੀ? ਸਿੰਧੂ ਘਾਟੀ ਸਭਿਅਤਾ ਜਿਹੜੀ ਹੈ, ਸਿੰਧੂ ਘਾਟੀ ਪੰਜਾਬ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ, ਸਿੰਧ ਅਤੇ ਬਲੋਚਿਸਤਾਨ ਤੱਕ ਫੈਲੀ ਹੋਈ ਸੀ। ਤਾਂ ਪੰਜਾਬ ਵਿੱਚ ਤਾਂ ਆਪਾਂ ਨੂੰ ਪਤਾ ਹੀ ਮਿਲੇ ਜੀ, ਜਿਹੜੇ ਰੋਪੜ ਵਰਗੇ ਆ। ਰਾਜਸਥਾਨ 'ਚ ਕਾਲੀਆਂ ਵੰਗਾਂ, ਗੁਜਰਾਤ ਦੇ ਵਿੱਚ ਆਪਣੇ ਕੋਲ ਮਿਲਿਆ, ਹੈ ਨਾ, ਜਿਵੇਂ ਕਿ ਆਪਣੇ ਕੋਲ ਲੋਥਲ ਵਰਗਾ ਮਿਲਿਆ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਆਲਮਗੀਰਪੁਰ ਮਿਲਿਆ ਮੇਰਠ ਕੋਲ। ਹਰਿਆਣਾ ਵਿੱਚ ਵੀ ਮਿਲਿਆ ਆਪਣੇ ਕੋਲ, ਹੈ ਨਾ, ਰਾਖੀਗੜ੍ਹੀ, ਅਤੇ ਸਿੰਧ ਵਿੱਚ ਵੀ ਮਿਲਿਆ। ਉਸੇ ਤਰ੍ਹਾਂ ਸਾਰੇ ਪਾਸੇ। ਲਿਪੀ, ਪਿਕਟੋਗ੍ਰਾਫ ਭਾਵ ਚਿਤਰਾਤਮਕ ਸੀ। ਪਿਕਟੋ ਮਤਲਬ ਪਿਕਚਰ ਸੀ, ਉਹਦੇ ਵਿੱਚ ਪਿਕਚਰਾਂ ਬਣੀਆਂ ਸੀ, ਸਾਈਨ ਬਣੇ ਹੋਏ ਸੀ। ਇਹਨਾਂ ਦੀ ਸੀ ਪਹਿਲੀ ਜਿਹੜੀ ਹੈ ਸੱਜੇ ਤੋਂ ਖੱਬੇ ਜਿਹੜੀ ਲਿਖੀ ਜਾਂਦੀ ਸੀ। ਸੱਜੇ ਤੋਂ ਖੱਬੇ, ਖੱਬੇ ਤੋਂ ਦੂਸਰੀ ਲਾਈਨ, ਫਿਰ ਸੱਜੇ, ਫਿਰ ਖੱਬੇ, ਫਿਰ ਸੱਜੇ, ਫਿਰ ਖੱਬੇ। ਸਨੇਕ ਵਾਈਜ਼ ਇਹਨਾਂ ਦੀ ਜਿਹੜੀ ਚੱਲਦੀ ਸੀ। ਪਹਿਲੀ ਲਾਈਨ ਸੱਜੇ ਤੋਂ ਖੱਬੇ, ਫਿਰ ਦੂਸਰੀ ਖੱਬੇ ਤੋਂ ਸੱਜੇ, ਫਿਰ ਸੱਜੇ ਤੋਂ ਖੱਬੇ। ਸ਼ੁਰੂਆਤ ਖੱਬੇ ਤੋਂ, ਫਿਰ ਸੱਜੇ, ਫਿਰ ਸੱਜੇ ਤੋਂ ਖੱਬੇ। ਇਸ ਤਰ੍ਹਾਂ ਇਹਨਾਂ ਦੀ ਜਿਹੜੀ ਇਹ ਚੱਲਦੀ ਸੀ। ਇਸ ਗੱਲ ਦਾ ਵੀ ਆਪਾਂ ਧਿਆਨ ਰੱਖਣਾ ਹੈ। ਤਾਂ ਲਿਪੀ ਇਹਨਾਂ ਦੀ ਕੀ ਸੀ? ਇਹ ਕਿਸ ਤਰ੍ਹਾਂ ਚੱਲਦੀ ਸੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਸੱਜੇ ਤੋਂ ਖੱਬੇ ਪਹਿਲੀ ਲਾਈਨ, ਠੀਕ ਹੈ, ਫਿਰ ਖੱਬੇ ਤੋਂ ਸੱਜੇ,
ਠੀਕ ਹੈ, ਹਜੇ ਤੱਕ ਪੜ੍ਹੀ ਨਹੀਂ ਗਈ। ਮੂਲ ਚਿੰਨ੍ਹ ਇਹਨਾਂ ਦੇ ਜੀ 64 ਮਿਲੇ ਹੈ ਪਿਕਚਰਾਂ ਦੇ। ਅੱਖਰਾਂ ਦੀ ਗਿਣਤੀ ਮੰਨੀ ਗਈ ਹੈ ਜੀ 250 ਤੋਂ 400। ਸਿੰਧੂ ਘਾਟੀ ਸਭਿਅਤਾ ਦੀ ਮੋਹਰਾਂ ਕਿਸ ਤਰ੍ਹਾਂ ਦੀ ਸੀ? ਆਇਤਾਕਾਰ। ਆਇਤਾਕਾਰ ਇਸ ਤਰ੍ਹਾਂ ਨੂੰ ਬੋਲਦੇ ਆ, ਆਇਤਾਕਾਰ ਮਤਲਬ ਇਹਦੀਆਂ ਆਹ ਦੋ ਭੁਜਾਵਾਂ ਲੰਮੀਆਂ ਸੀ, ਆਹ ਦੋ ਭੁਜਾਵਾਂ ਆਪਸ 'ਚ ਬਰਾਬਰ ਸੀ। ਪਰ ਜੇ ਇੱਕੋ ਵਰਗੀ ਹੋਵੇ ਉਹਨੂੰ ਤਾਂ ਵਰਗ ਬੋਲਦੇ, ਇੱਕੋ ਵਰਗੀ ਹੋਵੇ, ਪਰ ਇਹ ਵਰਗਕਾਰ ਨਹੀਂ ਸੀ, ਆਇਤਾਕਾਰ ਸੀ। ਆਇਤਾਕਾਰ ਇਹਨਾਂ ਦੀ ਮੋਹਰਾਂ ਦਾ ਆਕਾਰ ਆਇਤਾਕਾਰ ਸੀ। ਮੋਹਰਾਂ ਨੂੰ ਸੇਲਖੜੀ ਬੋਲਿਆ ਗਿਆ, ਠੀਕ ਹੈ, ਟੈਰਾਕੋਟਾ ਵੀ ਕਿਹਾ ਗਿਆ, ਠੀਕ ਹੈ ਜੀ, ਆਪਣੇ ਕੋਲ ਮੋਹਰਾਂ ਨੂੰ। ਅਤੇ ਹਾਥੀ ਬੈਲ ਅਤੇ ਬਾਗ ਗੈਂਡਾ ਜਿਹੜੇ ਹੈ ਉਹ ਉਹਦਾ ਵਾਲੀਆਂ ਮੋਹਰਾਂ ਮਿਲੀਆਂ ਨੇ ਜਿਹਦੇ ਵਿੱਚ ਮੋਹਰਾਂ ਸੀਗੀਆਂ, ਠੀਕ ਹੈ। ਨੈਕਸਟ, ਪੱਕੀਆਂ ਇੱਟਾਂ ਪੱਕੀ ਮਿੱਟੀ ਦੀਆਂ ਬਣੀਆਂ ਹੋਈਆਂ ਸੀ ਮੋਹਰਾਂ। ਸਭ ਤੋਂ ਵੱਧ ਮੋਹਰਾਂ ਬੈਲ ਦੀਆਂ ਮਿਲੀਆਂ ਨੇ। ਬੈਲ ਇੱਕ ਜਿਹੜਾ ਹੈ ਜਿਹਨੂੰ ਇਹ ਪੂਜਦੇ ਸੀ, ਬੈਲ ਨੂੰ ਜਾਨਵਰਾਂ ਵਿੱਚੋਂ। ਗਾਂ ਦੀ ਪੂਜਾ ਨਹੀਂ ਕਰਦੇ ਸੀ, ਬੈਲ ਦੀ ਕਰਦੇ। ਸਿੱਕਿਆਂ ਦੇ ਅਧਿਐਨ ਨੂੰ ਨਿਮੋ ਸਮੈਸਟਿਕ ਦਾ ਨਾਮ ਦਿੱਤਾ ਗਿਆ। ਇਹ ਕੁਐਸਚਨ ਪਿਛਲੀ ਵਾਰ ਆਇਆ ਸੀ, ਠੀਕ ਹੈ, ਤਾਂ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਪਿਛਲੀ ਵਾਰ। ਸਿੱਕੇ ਦੇ ਅਧਿਐਨ ਨੂੰ ਕਹਿੰਦੇ ਆਪਾਂ। ਅਗਰ ਸਮਕਾਲੀਨ ਸੀ ਇਹਦੇ ਮਿਸਰ ਮੈਸੋਪੋਟਾਮੀਆ ਗ੍ਰੀਕ, ਇਹ ਸਮਕਾਲੀਨ ਸੀ ਉਸ ਸਮੇਂ ਦੀ। ਸਿੰਧੂ ਘਾਟੀ ਲਈ ਮੈਸੋਪੋਟਾਮੀਆ ਲੋਕਾਂ ਨੇ ਮੈਲੂਹਾ ਨਾਮ ਦੀ ਵਰਤੋਂ ਕੀਤੀ। ਸਿੰਧੂ ਘਾਟੀ ਲੋਕਾਂ ਨੂੰ ਇਹ ਮੈਲੂਹਾ ਕਹਿੰਦੇ ਸੀ। ਕਿਹੜੀ ਚੀਜ਼ ਕਿੱਥੋਂ ਮੰਗਵਾਉਂਦੇ ਸੀ, ਅੱਜ ਆਪਾਂ ਉਹਦੇ ਬਾਰੇ ਵੀ ਦੇਖਦੇ ਹਾਂ। ਇਹ ਜੀ ਤਾਂਬਾ ਮੰਗਵਾਉਂਦੇ ਸੀ ਜੀ ਖੇਤੜੀ ਤੋਂ, ਠੀਕ ਆ। ਮੇਨ ਇੱਕ ਯਾਦ ਦੋ ਜਿੰਨੇ ਯਾਦ ਤੁਹਾਨੂੰ ਹੁੰਦੇ ਕਰ ਲੈਂਦੇ ਆਪਾਂ। ਖੇਤੜੀ ਅੱਜ ਵੀ ਤਾਂਬਾ ਉੱਥੋਂ ਹੀ ਆਉਂਦਾ, ਬਲੋਚਿਸਤਾਨ ਓਮਾਨ ਦਾ, ਯਾਦ ਰੱਖਣਾ। ਚਾਂਦੀ ਅਫਗਾਨਿਸਤਾਨ ਤੋਂ ਇੰਪੋਰਟੈਂਟ, ਈਰਾਨ ਤੋਂ। ਸੋਨਾ ਕਰਨਾਟਕਾ, ਅੱਜ ਵੀ ਕਰਨਾਟਕ ਤੋਂ ਸੋਨਾ ਹੈ। ਅਫਗਾਨਿਸਤਾਨ ਈਰਾਨ ਯਾਦ ਰੱਖਣਾ, ਕਰ ਰੱਖ ਦੋ ਨਹੀਂ ਤਾਂ ਛੱਡ ਦਿਓ। ਟਿਨ ਅਫਗਾਨਿਸਤਾਨ ਤੋਂ ਅਤੇ ਈਰਾਨ ਤੋਂ। ਗੋਮੇਦ ਸੌਰਾਸ਼ਟਰ ਤੋਂ। ਲਾਜਵਰ, ਇਹ ਲਾਜਵਰ ਤਾਂ ਨੀਲ ਦੀ ਤਾਂ ਖੇਤੀ ਕਰਦੀ ਸੀ। ਮੈਸੋਪੋਟਾਮੀਆ ਵੈਰੀ ਇੰਪੋਰਟੈਂਟ ਮੈਂ ਅਤੇ ਬਦਖਸ਼ਾ ਤੋਂ। ਸ਼ੀਸ਼ਾ ਈਰਾਨ ਤੋਂ। ਇਹ ਇਹਨਾਂ ਦਾ ਜਿਹੜਾ ਸੀ ਆਪਣੇ ਕੋਲ ਮੰਗਵਾਉਂਦੇ ਹੁੰਦੇ ਸੀ। ਆ ਇਹਨਾਂ ਦੇ ਕੁਛ ਨਾਮ ਲਿਖੇ ਹੋਏ ਨੇ, ਉਹ ਤੁਸੀਂ ਧਿਆਨ ਨਾਲ ਦੇਖਣੇ ਆ, ਆਪਾਂ ਕਰਦੇ ਹਾਂ। ਸਿੰਧੂ ਘਾਟੀ ਸਭਿਅਤਾ ਦੇ ਵਿੱਚ ਹੜੱਪਾ ਨਾਂ ਦਾ ਆਪਣੇ ਕੋਲ ਲੜੀ ਨੰਬਰ ਸਥਾਨ ਹੈ। ਖੋਜ ਕਰਤਾ ਸਨ ਹੈ, ਨਦੀ ਹੈ, ਵਰਤਮਾਨ ਸਥਿਤੀ ਕੀ ਹੈ, ਪ੍ਰਾਪਤ ਮਹੱਤਵਪੂਰਨ ਸਬੂਤ ਕੀ ਹੈ। ਮੇਨ ਆਪਣੇ ਕੋਲ ਦੋ ਚੀਜ਼ਾਂ ਨੇ। ਇੱਕ ਆਪਣੇ ਕੋਲ ਕੀ ਹੈ, ਸਥਾਨ ਪਤਾ ਹੋਣਾ ਚਾਹੀਦਾ, ਖੋਜ ਕਰਤਾ ਯਾਦ ਹੋਵੇ ਤਾਂ ਠੀਕ ਹੈ, ਨਹੀਂ ਤਾਂ ਉਹਦੇ 'ਚ ਮਿਲਿਆ ਕੀ ਹੈ, ਮੇਨ ਇੰਪੋਰਟੈਂਟ ਇਹੀ ਹੈ। ਔਰ ਦੋ ਇਹ ਹੈ ਹੜੱਪਾ ਅਤੇ ਮੋਹਨਜੋਦੜੋ ਦੀ ਤਾਂ ਦੋਨੋਂ ਹੀ ਜ਼ਰੂਰੀ ਹੈ। ਹੜੱਪਾ ਦਇਆ ਸਾਹਨੀ ਨੇ ਖੋਜ ਕੀਤੀ ਹੈ ਜੀ। ਮਾਧੋ ਸਰੂਪ ਵਤਸੋ ਦੇ ਨਾਲ ਸੀ। 1921 ਵਿੱਚ ਖੋਜ ਹੋਈ ਹੈ। ਰਾਵੀ ਨਦੀ ਦੇ ਕੰਢੇ ਹੈ ਹੜੱਪਾ। ਔਰ ਪਾਕਿਸਤਾਨ ਅਤੇ ਜ਼ਿਲ੍ਹਾ ਮਿਲਟਗੋਮਰੀ ਦੇ ਵਿੱਚ ਹੈ, ਪਾਕਿਸਤਾਨ ਦੇ ਵਿੱਚ ਹੈ। ਔਰ ਹੈ ਕਿੱਥੇ, ਜ਼ਿਲ੍ਹਾ ਮਿਲਟਗੋਮਰੀ। ਇੱਥੇ ਮਿਲਿਆ ਕੀ ਕੁਛ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਹੀ ਆ ਹੈ ਆਪਣੇ ਕੋਲ, ਕਿਉਂਕਿ ਖੁਦਾਈ ਤੋਂ ਪਤਾ ਲੱਗਦਾ ਨਾ ਜੀ, ਤਾਂ ਖੁਦਾਈ ਤੋਂ ਪਤਾ ਲੱਗਦਾ, ਇਸ ਕਰਕੇ ਆਪਾਂ ਨੂੰ ਇਸ ਚੀਜ਼ ਨੂੰ ਧਿਆਨ ਨਾਲ ਕਰਨਾ ਵੀ ਚਾਹੀਦਾ। ਆਪਾਂ ਗੱਲ ਕਰ ਰਹੇ ਹਾਂ ਹੜੱਪਾ ਦੀ ਜੀ। ਤਾਂਬੇ ਦਾ ਪੈਮਾਨਾ ਮਿਲਿਆ, ਤਾਂਬਾ ਹੜੱਪਾ ਤੋਂ ਮਿਲਿਆ ਜੀ। ਇੱਕਾ ਗੜੀ ਤਾਂਬੇ ਦੀ ਮਿਲੀ ਹੈ। ਇੱਕਾ ਗੜੀ ਦਾ ਮਤਲਬ ਹੁੰਦਾ ਜਿਹਦੇ ਅੱਗੇ ਇੱਕ ਜਾਨਵਰ ਲੱਗਦਾ, ਠੀਕ ਹੈ ਜੀ। ਫਿਰ ਤਾਂਬਾ ਗਾਲਣ ਵਾਲੀ ਭੱਠੀ ਮਿਲੀ ਹੈ। ਅਨਾਜ ਘਰ ਮਿਲਿਆ। ਇੱਕ ਸਿੰਗ ਵਾਲੇ ਪਸ਼ੂ ਦੀ ਮੋਹਰ ਮਿਲੀ ਹੈ। ਪੁਜਾਰੀ ਦੀ ਮੂਰਤੀ ਇੰਪੋਰਟੈਂਟ। ਹਾਥੀ ਦੰਦ ਦੀ ਬਣੀ ਹੋਈ ਤੱਕੜੀ ਵੀ ਮਿਲੀ ਹੈ, ਠੀਕ ਹੈ ਜੀ। ਚਲੋ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ। ਨੈਕਸਟ ਹੈ ਮੋਹਨਜੋਦੜੋ, ਵੈਰੀ ਇੰਪੋਰਟੈਂਟ ਮੋਹਨਜੋਦੜੋ। ਮੋਹਨਜੋਦੜੋ ਬਾਰੇ ਤਾਂ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਨਾ ਚਾਹੀਦਾ। ਕੁਐਸਚਨ ਦੇ ਉੱਪਰ ਬਹੁਤ ਵਾਰ ਮੋਹਨਜੋਦੜੋ ਦੇ ਉੱਪਰ ਹੀ ਕੁਐਸਚਨ ਪੁੱਛਦਾ ਐਗਜ਼ਾਮੀਨਰ, ਇਸ ਕਰਕੇ ਇਹਨੂੰ ਜਾਣਨਾ ਚਾਹੀਦਾ ਜੀ। ਮੋਹਨਜੋਦੜੋ ਸਿੰਧ ਦਾ ਨਕਲੀ ਸਥਾਨ ਕਿਹਾ ਜਾਂਦਾ, ਬਾਗ ਕਿਹਾ ਜਾਂਦਾ, ਮਾਊਂਟ ਆਫ ਡੈਡ ਮੁਰਦਿਆਂ ਦਾ ਟਿੱਲਾ ਵੀ ਕਿਹਾ ਜਾਂਦਾ। ਰਾਖਲਦਾਸ ਬੈਨਰਜੀ ਨੇ ਇਹਦੀ ਖੋਜ ਕੀਤੀ ਸੀ। RD ਬੈਨਰਜੀ ਵੀ ਦੇ ਨਾਮ ਦਿੰਦੇ ਆ, RD ਫੋਰ ਰਾਖਲਦਾਸ। 1922 'ਚ ਹੋਈ ਸੀ। ਸਿੰਧ ਨਦੀ ਦੇ ਕੰਢੇ ਜੀ, ਪਾਕਿਸਤਾਨ ਦੇ ਲੜਕਾਣਾ ਜ਼ਿਲ੍ਹੇ ਦੇ ਸਿੰਧ ਪ੍ਰਾਂਤ 'ਚ ਹੈ ਜੀ। ਇੱਥੇ ਇਸ਼ਨਾਨ ਘਰ ਮਿਲਿਆ, ਗ੍ਰੇਟ ਬਾਥ ਜਿਹਨੂੰ ਬੋਲਦੇ ਆ, ਵੱਡਾ ਇਸ਼ਨਾਨ ਘਰ। ਇਹ ਹੀ ਇੰਪੋਰਟੈਂਟ ਹੈ, ਇਹਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੱਡਾ ਇਸ਼ਨਾਨ ਘਰ। ਇਹਦੀ ਆਪਾਂ ਗੱਲ ਕਰ ਲੈਂਦੇ ਹਾਂ, ਵੱਡਾ ਇਸ਼ਨਾਨ ਘਰ, ਇਹਨੂੰ ਇਸ਼ਨਾਨ ਘਰ ਮੰਨ ਲੈਂਦੇ ਹਾਂ। ਇਹਦੀ ਲੰਬਾਈ ਚੌੜਾਈ ਜਿਹੜੀ ਹੈ 39 23 8, ਯਾਦ ਰੱਖੋ, ਬੋਲੋ 39 23 8 ਫੁੱਟਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। 39 ਤਾਂ ਲੰਬਾਈ ਹੈ, 23 ਇਹਦੀ ਚੌੜਾਈ ਹੈ ਅਤੇ 8 ਦੀ ਡੂੰਘਾਈ ਹੈ। ਬੋਲੋ ਤੁਸੀਂ ਇੱਕ ਵਾਰੀ 39 23 8, ਯਾਦ ਹੋ ਜਾਊਗਾ। 39 23 8, 39 23 8, 39 23 8, 39 ਲੰਬਾਈ, 23 ਚੌੜਾਈ ਅਤੇ 8 ਡੂੰਘਾਈ ਹੈ।
ਜੇਕਰ ਮੀਟਰਾਂ ਵਿੱਚ ਆਵੇ ਤਾਂ ਮੀਟਰ ਹੈਗੇ ਇਹਦੇ, ਮੀਟਰਾਂ ਵਿੱਚ ਵੀ ਆਪਾਂ ਗੱਲ ਕਰ ਲੈਂਦੇ ਹਾਂ। ਮੀਟਰ ਵਿੱਚ 11.88 ਹੈ ਜੀ, 11.88 ਹੈ, 11.88, ਠੀਕ ਹੈ। ਔਰ ਚੌੜਾਈ ਇਹਦੀ ਹੈ 7.01। ਆਪਾਂ ਦੋਨੋਂ ਹੀ ਗੱਲਾਂ ਇਕੱਠੀਆਂ ਕਰ ਰਹੇ ਹਾਂ, ਲੰਬਾਈ ਚੌੜਾਈ ਦੀ। ਆਪਣੇ ਕੋਲ 11.88 ਬੋਲਾਂਗੇ ਆਪਾਂ ਨਾਲ ਨਾਲ, 11.88, 7.01 ਅਤੇ ਡੂੰਘਾਈ ਹੈ 2.43 ਮੀਟਰਾਂ ਦੀ ਗੱਲ ਹੋ ਰਹੀ ਹੈ। ਬੋਲਾਂਗੇ 11.88, 7.01, 2.43। ਇੱਕ ਵਾਰੀ ਫਿਰ 11.88, 7.01, 2.43। ਇਹ ਸੀ ਮੀਟਰਾਂ 'ਚ। ਫੁੱਟਾਂ 'ਚ 3923 8 ਯਾਦ ਰੱਖੋ, 3923 8। ਫਿਰ ਬੋਲਾਂਗੇ 3923 8, ਬਸ ਆਹੀ ਹੈ। ਆਹ ਆਪਣੇ ਕੋਲ ਹੈ ਵੱਡਾ ਇਸ਼ਨਾਨ ਘਰ। ਵੱਡਾ ਇਸ਼ਨਾਨ ਘਰ ਦੀ ਆਪਾਂ ਗੱਲ ਕੀਤੀ ਹੈ। ਤਾਂ ਵੱਡੇ ਇਸ਼ਨਾਨ ਘਰ ਦੀ ਇੱਕ ਗੱਲ ਹੋਰ ਖਾਸੀਅਤ ਹੈ, ਵੱਡਾ ਇਸ਼ਨਾਨ ਘਰ ਸੀ ਜਿਹੜਾ, ਉਹਦੇ ਆਸੇ ਪਾਸੇ ਕੀ ਹੈ, ਬਰਾਂਡੇ ਸੀ, ਚੇਂਜਿੰਗ ਰੂਮ ਬਣੇ ਹੋਏ ਸੀ, ਠੀਕ ਹੈ। ਪਾਣੀ ਖੂਹਾਂ ਤੋਂ ਆਉਂਦਾ ਸੀ, ਠੀਕ ਹੈ। ਔਰ ਪਾਣੀ, ਗੰਦੇ ਪਾਣੀ ਦਾ ਨਿਕਾਸ ਸੀ। ਤਾਂ ਇਹ ਗੱਲ ਦਾ ਧਿਆਨ ਰੱਖਣਾ, ਪਾਣੀ ਕਿੱਥੋਂ ਆਉਂਦਾ ਸੀ, ਉੱਥੋਂ ਖੂਹਾਂ 'ਚੋਂ। ਔਰ ਚੇਂਜਿੰਗ ਰੂਮ ਸੀ, ਆਸੇ ਪਾਸੇ ਬਰਾਂਡੇ ਸੀ। ਔਰ ਕਹਿੰਦੇ ਸੀ ਇਹ ਧਾਰਮਿਕ ਸਮਾਗਮਾਂ ਵੇਲੇ ਹੀ ਖੁੱਲ੍ਹਦਾ ਸੀ, ਠੀਕ ਹੈ। ਜਿਵੇਂ ਸਰੋਵਰ ਸੀ ਇੱਕ ਹਿਸਾਬ ਦਾ ਇਹ ਉਸ ਸਮੇਂ ਦਾ। ਚਲੋ ਜੀ, ਨੈਕਸਟ ਆਪਾਂ ਕਰਦੇ ਹਾਂ, ਉੱਥੋਂ ਅਨਾਜ ਘਰ ਮਿਲਿਆ ਜੀ, ਅਨਾਜ ਘਰ ਮਿਲਿਆ, ਪੁਰੋਹਿਤ ਨਿਵਾਸ ਮਿਲਿਆ। ਮੇਨ ਤਾਂ ਉਹੀ ਸੀ ਜਿਹੜੀ ਆਪਾਂ ਕਰ ਲਿਆ, ਸਭਾ ਭਵਨ ਮਿਲਿਆ, ਸਭਾਵਾਂ ਹੁੰਦੀਆਂ ਸੀ। ਹਾਂ, ਇੱਕ ਇੰਪੋਰਟੈਂਟ ਇੱਥੇ ਹੈ, ਕਾਂਸੀ ਦੀ ਨਰਤਕੀ ਦੀ ਮੂਰਤੀ, ਇੰਪੋਰਟੈਂਟ, ਠੀਕ ਹੈ। ਕਾਂਸੀ ਦੀ ਨਰਤਕੀ ਦੀ ਮੂਰਤੀ ਉੱਥੇ ਮਿਲੀ ਹੈ। ਪਸ਼ੂਪਤੀ ਦੀ ਮੋਹਰ ਮਿਲੀ ਹੈ, ਹਾਂ, ਠੀਕ ਹੈ ਜੀ। ਮਤਲਬ ਉੱਥੇ ਇਸ਼ਨਾਨ ਘਰ ਸੀ, ਸਰੋਵਰ 'ਚ ਲੋਕ ਸਿੱਟ ਦਿੰਦੇ ਹੋਣਗੇ ਪਸ਼ੂਪਤੀ ਦੀ ਮੋਹਰ, ਐਂ ਯਾਦ ਰੱਖਣ ਵਾਸਤੇ ਸਰੋਵਰਾਂ 'ਚ ਸਿੱਟ ਹੀ ਦਿੰਦੇ ਲੋਕ ਪੈਸੇ, ਠੀਕ ਹੈ। ਸੂਤੀ ਧਾਗਾ ਮਿਲਿਆ, ਠੀਕ ਹੈ। ਸੂਤੀ ਧਾਗੇ ਦੇ ਉਹ ਕੱਪੜੇ ਬਣਾਉਂਦੇ ਸੀ, ਸੂਤੀ ਧਾਗਾ ਮਿਲੇ ਜੀ। ਉਹ ਇਸ਼ਨਾਨ ਘਰ ਦੇ ਨੇੜੇ ਪਾਣੀ ਲਈ ਖੂਹ ਲਗਾਏ ਗਏ ਸੀ, ਹਾਂ, ਉਹ ਆਪਾਂ ਪਹਿਲਾਂ ਹੀ ਦੱਸ ਚੁੱਕੇ ਤੁਹਾਨੂੰ। ਇਹ ਆ ਲਓ ਜੀ, ਹਾਂਜੀ, ਖੂਹ ਲਗਾਏ ਗਏ ਸੀ ਅਤੇ ਗੰਦੇ ਪਾਣੀ ਦਾ ਨਿਕਾਸ ਸੀ, ਠੀਕ ਹੈ। ਆਹ ਦੇਖੋ 3923 8 ਹੋਈ ਹੈ ਆਪਣੇ ਕੋਲ। ਨੈਕਸਟ ਫਿਰ ਆਪਾਂ ਪੜ੍ਹਦੇ ਹਾਂ, ਨਾਲ ਲਾਈਨ ਪੜ੍ਹੀ ਜਾਵਾਂਗੇ ਕਿ ਇਸ਼ਨਾਨ ਘਰ ਦੇ ਚਾਰੇ ਪਾਸੇ ਬਰਾਂਡੇ ਸੀ, ਠੀਕ ਹੈ। ਇਹ ਮੰਨਿਆ ਜਾਂਦਾ ਕਿ ਇਸ਼ਨਾਨ ਘਰ ਧਾਰਮਿਕ ਸਮਾਗਮਾਂ ਵੇਲੇ ਹੀ ਖੁੱਲ੍ਹਦੇ ਸੀ, ਠੀਕ ਹੈ ਜੀ। ਨੈਕਸਟ, ਪਸ਼ੂਪਤੀ ਦੀ ਮੂਰਤੀ ਦੇ 3 ਮੁੱਖ ਸੀ, ਹਾਥੀ ਅਤੇ ਬੈਲ ਅਤੇ ਹਿਰਨ, ਚੀਤਾ, ਸਾਣ ਆਦਿ ਜਾਨਵਰ ਪਸ਼ੂਪਤੀ ਦੀ ਮੂਰਤੀ ਦੇ ਆਸੇ ਪਾਸੇ ਸਾਨੂੰ ਮਿਲੇ ਜੀ, ਠੀਕ ਹੈ। ਇਸ ਕਰਕੇ ਇਸ ਨੂੰ ਪਸ਼ੂਪਤੀ ਦੀ ਕਿਹਾ ਜਾਂਦਾ ਹੈ। ਰੰਗਪੁਰ ਦੇ ਵਿੱਚ ਸਾਨੂੰ ਕੀ ਮਿਲਿਆ ਜੀ, ਰੰਗਪੁਰ ਤੋਂ ਸਾਨੂੰ ਰੰਗੇ ਹੋਏ ਚਾਵਲ ਯਾਦ ਰੱਖ ਲਿਓ, ਬਸ। ਰੰਗਨਾਥ ਨੇ ਕੀਤੀ ਖੋਜ, ਮਾਦਰ ਨਦੀ ਗੁਜਰਾਤ ਦੇ ਵਿੱਚ ਹੈ। ਰੰਗੇ ਹੋਏ ਚਾਵਲ, ਬਸ ਰੰਗੇ ਹੋਏ ਚਾਵਲ, ਚਾਵਲ ਦੇ ਛਿਲਕੇ ਮਿਲੇ ਵੈਸੇ ਇੱਥੇ, ਬਸ ਤੁਸੀਂ ਇਹ ਯਾਦ ਰੱਖ ਲਿਓ, ਰੰਗੇ ਹੋਏ ਚਾਵਲ ਮਿਲੇ ਆ, ਠੀਕ ਹੈ ਜੀ। ਬਸ ਬਾਕੀ ਗੱਲ ਯਾਦ ਰੱਖਣ ਦੀ ਲੋੜ ਨਹੀਂ। ਚੰਦੂਹੜੋ, ਇੱਕ ਆਪਾਂ, ਮੈਂ ਚੰਦੂਹੜੋ ਤੋਂ ਚੰਦੂ ਨਾਂ ਦਾ ਚੂਹਾ ਸੀ, ਆਪਾਂ ਯਾਦ ਰੱਖਿਆ ਸੀ। ਚੰਦੂ ਨਾਂ ਦੇ ਚੂਹੇ ਪਿੱਛੇ ਕੀ ਸੀ ਜੀ, ਚੰਦੂ ਨਾਂ ਦੇ ਚੂਹੇ ਪਿੱਛੇ ਬਿੱਲੀ ਸੀ ਅਤੇ ਬਿੱਲੀ ਪਿੱਛੇ ਕੁੱਤਾ, ਇਹ ਮੇਨ ਸੀ। ਹੁਣ ਯਾਦ ਰੱਖਾਂਗੇ, ਚੰਦੂਹੜੋ ਗੋਪਾਲ ਮਜੂਮਦਾਰ ਨੇ ਕੀਤੀ ਖੋਜ 1934, ਸਿੰਧ ਨਦੀ ਦੇ ਕੰਢੇ, ਸਿੰਧ ਪ੍ਰਾਂਤ 'ਚ ਹੈ। ਮਣਕੇ ਬਣਾਉਣ ਦਾ ਕਾਰਖਾਨਾ ਪਹਿਲਾ ਹੈ ਜੀ। ਦਵਾਤ ਅਤੇ ਕੱਜਲ ਦੂਜੀ ਜੀ। ਕੰਗਾ, ਇੱਟ ਦੇ ਉੱਪਰ ਬਿੱਲੀ ਦਾ ਪਿੱਛਾ ਕਰਦੇ ਹੋਏ ਪੈਰਾਂ ਦੇ, ਕੁੱਤੇ ਦੇ ਪੈਰਾਂ ਦੇ ਨਿਸ਼ਾਨ ਮਿਲੇ ਆ। ਹੁਣ ਯਾਦ ਕਿਵੇਂ ਰੱਖਾਂਗੇ, ਬਿੱਲੀ ਹੈ ਜੀ, ਬਿੱਲੀ ਕੀ ਕਰਦੀ, ਹਾਰ ਸ਼ਿੰਗਾਰ ਕਰਦੀ ਸੀ। ਉਹ ਕੀ ਕਰਦੀ ਸੀ ਜੀ, ਕੱਜਲ ਲਾਉਂਦੀ ਸੀ, ਆਪਦੇ ਕੰਗੇ ਨਾਲ ਵਾਲ ਵਾਹੁੰਦੀ ਸੀ, ਠੀਕ ਹੈ। ਅਤੇ ਚੂਹੇ ਦੇ ਪਿੱਛੇ ਭੱਜੀ ਹੋਈ ਸੀ, ਅਤੇ ਬਿੱਲੀ ਦੇ ਪਿੱਛੇ ਕੌਣ ਸੀ, ਕੁੱਤਾ ਭੱਜਿਆ ਹੋਇਆ ਸੀ। ਹਾਂ, ਇਹ ਯਾਦ ਰੱਖਾਂਗੇ। ਚੰਦੂ ਨਾਮ ਦਾ ਜਿਹੜਾ ਚੂਹਾ ਸੀ, ਚੰਦੂਹੜੋ, ਠੀਕ ਹੈ ਜੀ। ਨੈਕਸਟ, ਰੋਪੜ, ਜਗਦਤ ਸ਼ਰਮਾ, ਇਹ ਪੰਜਾਬ ਦਾ ਹੈ, 1953 ਤੋਂ 55। ਇਹ ਵੀ ਗੱਲ ਯਾਦ ਰੱਖਣੀ ਹੈ, ਸਤਲੁਜ ਨਦੀ ਦੇ ਕੰਢੇ, ਇੰਪੋਰਟੈਂਟ ਹੈ, ਠੀਕ ਹੈ। ਆਪਾਂ ਨੂੰ ਇਹ ਵੀ ਯਾਦ ਰੱਖਣਾ, ਪੰਜਾਬ ਦੇ ਰੋਪੜ ਜ਼ਿਲ੍ਹੇ 'ਚ, ਇਹ ਵੀ ਇੰਪੋਰਟੈਂਟ ਹੈ। ਤਾਂ ਉੱਥੇ ਕੀ ਹੈ, ਮਨੁੱਖ ਨਾਲ ਕੁੱਤੇ ਨੂੰ ਦਫਨਾਉਣ ਦਾ ਪ੍ਰਮਾਣ ਵੀ ਮਿਲਿਆ, ਨਾਲ ਤਾਂਬੇ ਦੀ ਕੁਹਾੜੀ ਮਿਲੀ ਹੈ। ਹੁਣ ਇਹਨੂੰ ਯਾਦ ਕਿਵੇਂ ਰੱਖਾਂਗੇ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਪਾਣੀ ਦੀ ਵਾਰੀ ਪਿੱਛੇ ਲੜ ਪੈਂਦੇ ਹੈ ਨਾ, ਤਾਂ ਪਾਣੀ ਦੀ ਵਾਰੀ ਪਿੱਛੇ ਲੜ ਪਏ ਹੋਣੇ ਆ, ਅਤੇ ਕੀ ਹੋਇਆ, ਬਸ ਆਪਾਂ ਯਾਦ ਰੱਖਣਾ, ਸਿਰ ਟਿਕ ਲਾਣੀ ਹੈ ਕਿ ਇੱਕ ਬੰਦੇ ਕੋਲ ਤਾਂਬੇ ਦੀ ਕੁਹਾੜੀ ਸੀ, ਠੀਕ ਹੈ। ਅਤੇ ਦੂਜਾ ਬੰਦਾ ਆਇਆ ਆਪਦਾ ਕੁੱਤਾ ਲੈ ਕੇ, ਉਹਨੇ ਜਦੋਂ ਪਾਣੀ ਦੀ ਵਾਰੀ ਪਿੱਛੇ ਲੜ ਪਏ ਤਾਂ ਉਹਨੇ ਉਹਦੇ ਕੁਹਾੜੀ ਮਾਰੀ, ਨਾਲੇ ਉਹਦੇ ਕੁੱਤੇ ਦੀ ਕੁਹਾੜੀ ਮਾਰੀ, ਅਤੇ ਕੁੱਤੇ ਨੂੰ ਵੀ ਅਤੇ ਉਹ ਬੰਦੇ ਨੂੰ ਵੀ ਉੱਥੇ ਦਫਨਾਤਾ, ਨਾਲ ਆਪਦੀ ਕੁਹਾੜੀ ਵੀ ਦਫਨਾਤੀ। ਤਾਂ ਬਸ ਆਪਾਂ ਯਾਦ ਰੱਖਾਂਗੇ ਵੀ
ਕੁੱਤੇ ਦੇ ਨਾਲ ਬੰਦਾ ਨਾਲ ਤਾਂਬੇ ਦੀ ਕੁਹਾੜੀ ਕਿੱਥੇ ਮਿਲੀ ਹੈ? ਪੰਜਾਬ ਦੇ ਰੋਪੜ ਵਿੱਚ ਮਿਲੀ ਹੈ। ਬਸ ਇੰਨੀ ਗੱਲ ਤੁਸੀਂ ਯਾਦ ਰੱਖਣੀ। ਲੋਥਲ, ਲੋਥਲ ਜਿਹੜਾ ਹੈ ਜੀ, ਲੋਥਲ ਬਹੁਤ ਇੰਪੋਰਟੈਂਟ ਹੈ। ਪੱਤਨ ਨਗਰ ਹੈ, ਪੱਤਨ ਨਗਰ ਨੂੰ ਬੰਦਰਗਾਹ ਬੋਲਦੇ ਆ ਜੀ, ਪੱਤਨ ਨਗਰ, ਠੀਕ ਹੈ, ਜੋ ਪਾਣੀ ਦੇ ਨੇੜੇ ਸਮੁੰਦਰ ਦੇ ਨਾਲ ਲੱਗਦਾ ਹੈ। ਔਰ ਰੰਗਨਾਥ ਰਾਓ ਨੇ ਇਹਦੀ ਖੋਜ ਕੀਤੀ, ਜਿਹਨੇ ਆਪਣੇ ਲੋਥਲ ਦੀ 1955 ਤੋਂ 65 ਤੱਕ ਆ। ਵੈਰੀ ਇੰਪੋਰਟੈਂਟ, ਭੋਗਵਾ ਨਦੀ ਦੇ ਕੰਢੇ, ਇਹ ਬਹੁਤ ਇੰਪੋਰਟੈਂਟ ਹੈ ਨਦੀ, ਭੋਗਵਾ ਦੇ ਨੇੜੇ ਹੈ ਜਿਹੜੀ ਆ ਲੋਥਲ। ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ 'ਚ ਅੱਜ ਵੀ ਭਾਰਤ ਵਿੱਚ ਹੈ ਲੋਥਲ। ਉਹ ਸਭ ਤੋਂ ਜ਼ਿਆਦਾ ਜਿਹੜੇ ਸਥਾਨ ਖੋਜੇ ਗਏ ਨਾ, ਉਹ ਲੋਥਲ 'ਚ ਹੀ ਖੋਜੇ ਗਏ ਆ, ਜਾਂ ਗੁਜਰਾਤ 'ਚ। ਗੋਦੀਵਾੜਾ ਮਤਲਬ ਉੱਥੇ ਬੰਦਰਗਾਹ ਸੀ, ਉਹ ਮਿਲੀ ਉਸ ਸਮੇਂ ਦੀ, ਠੀਕ ਹੈ। ਜੋੜਾ ਲਾਸ਼ਾਂ ਦਾ ਮਿਲਿਆ ਉੱਥੇ। ਰੰਗਾਈ ਦੇ ਕੁੰਡ ਮਿਲੇ, ਹਾਥੀ ਦੰਦ ਮਿਲੇ ਉੱਥੇ, ਠੀਕ ਹੈ। ਚਾਵਲ ਮਿਲੇ ਆ, ਅਗਨੀ ਕੁੰਡ ਮਿਲੇ ਆ, ਰਾਖ ਮਿਲੀ ਹੈ ਭਾਵ ਅਗਨੀ ਕੁੰਡ, ਅਤੇ ਮਾਪ ਤੋਲ ਦੇ ਪੈਮਾਨੇ ਮਿਲੇ ਆ। ਅਤੇ ਆਪਾਂ ਹੁਣੇ ਇਹਨੂੰ ਟ੍ਰਿਕ ਨਾਲ ਯਾਦ ਕਰਾਂਗੇ। ਫਿਰ ਆਪਾਂ ਇੱਕ ਗੱਲ ਕਰ ਲਈਏ ਹੋਰ ਆਪਾਂ, ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਇੱਥੇ ਰੱਖੀਏ। ਹਾਂਜੀ, ਹੁਣ ਦੇਖੋ ਕੀ ਕੁਛ ਮਿਲਿਆ ਆਪਣੇ ਕੋਲ। ਹਾਂਜੀ, ਬੰਦਰਗਾਹ ਤਾਂ ਉਹ ਹੈਗੀ ਸੀ। ਹੁਣ ਬੰਦਰਗਾਹ ਕਿੱਥੇ ਹੁੰਦੀ? ਪਾਣੀ ਦੇ ਨੇੜੇ। ਜਿੱਥੇ ਪਾਣੀ ਦੇ ਨੇੜੇ ਕੀ ਹੈ? ਜੋੜਾ ਲਾਸ਼ਾਂ ਦਾ ਕਿਵੇਂ ਮਿਲਿਆ? ਪਾਣੀ ਦੇ ਨੇੜੇ, ਸਮੁੰਦਰ ਦੇ ਨੇੜੇ ਬੰਦਰਗਾਹ ਸੀ। ਦੋ ਜਣੇ ਨਹਾਉਣ ਗਏ, ਡੁੱਬ ਗਏ, ਉਹਨਾਂ ਨੂੰ ਚੱਕ ਕੇ ਬਾਹਰ ਲਿਆਏ ਤਾਂ ਉਹ ਮਰੇ ਹੋ ਗਏ ਸੀ। ਉਹਨਾਂ ਨੂੰ ਦੋਨਾਂ ਨੂੰ ਦੱਬਤਾ, ਮਤਲਬ ਜੋੜਾ ਲਾਸ਼ਾਂ ਦਾ ਉੱਥੇ ਮਿਲ ਗਿਆ। ਜਿਨ੍ਹਾਂ ਨੂੰ ਠੰਡ ਲੱਗੀ ਸੀ ਉਹਨਾਂ ਨੇ ਅੱਗ ਬਾਲ ਲਈ। ਅੱਗ ਬਾਲ ਲਈ ਤਾਂ ਉਹ ਕਾਲੇ ਰੰਗ ਦੀ ਰੰਗੀ ਗਈ, ਕਿਉਂਕਿ ਕਾਲੇ ਰੰਗ ਦੀ ਹੋ ਜਾਂਦੀ ਹੈ, ਤਾਂ ਰੰਗਾਈ ਕੁੰਡ ਹੋ ਗਏ ਉੱਥੇ, ਠੀਕ ਹੈ। ਔਰ ਹਾਥੀ ਦੇ ਦੰਦ ਤਾਂ ਮਿਲੇ, ਉੱਥੇ ਵਪਾਰ ਚੱਲਦਾ ਸੀ, ਠੀਕ ਹੈ। ਔਰ ਉਹਨਾਂ ਨੇ ਉੱਥੇ ਚਾਵਲ ਰਿੱਝੇ ਸੀ, ਠੀਕ ਹੈ, ਖਾਣ ਵਾਸਤੇ, ਅੱਛਾ, ਉਸੇ ਅੱਗ 'ਤੇ। ਅਤੇ ਅਗਨੀ ਕੁੰਡ ਤਾਂ ਉੱਥੇ ਮਿਲਿਆ ਹੀ ਮਿਲਿਆ ਜੀ, ਠੀਕ ਹੈ। ਅਤੇ ਜਿਹੜੇ ਚਾਵਲ ਤੋਲੇ ਕਿਹਦੇ ਨਾਲ ਸੀ? ਉਹ 16 ਦੇ ਪੈਮਾਨੇ ਨਾਲ ਤੋਲੇ ਸੀ। ਆਹ ਚੀਜ਼ਾਂ ਪਾਣੀ ਦੇ ਨਾਲ ਰਿਲੇਟਡ ਕਰਦੀਆਂ ਆਪਾਂ। ਸਮੁੰਦਰ ਦੇ ਕੋਲ ਪਾਣੀ ਹੈ, ਪਾਣੀ ਦੇ ਵਿੱਚ ਜੋ ਦੋ ਲੋਕ ਗਏ ਸੀ, ਡੁੱਬ ਗਏ, ਲਾਸ਼ਾਂ ਬਣ ਗਈਆਂ। ਜੋੜਾ ਲਾਸ਼ਾਂ ਦਾ ਮਿਲਿਆ ਉੱਥੇ, ਦੱਬਤਾ ਹੀ ਤਾਂ ਮਿਲਿਆ। ਰੰਗਾਈ ਕੁੰਡ ਮਿਲਿਆ, ਅੱਗ ਬਾਲੀ ਹੋਈ ਸੀ, ਕਾਲੇ ਰੰਗ ਦੀ ਹੋ ਗਈ ਸੀ। ਹਾਥੀ ਦੰਦ ਦਾ ਵਪਾਰ ਹੁੰਦਾ ਸੀ, ਠੀਕ ਹੈ ਜੀ। ਔਰ ਆਪਣੇ ਕੋਲ 16 ਦੇ ਪੈਮਾਨੇ ਮਿਲੇ ਹੈ, ਠੀਕ ਹੈ, ਤੋਲਣ ਦੇ ਅਗਨੀ ਕੁੰਡ ਮਿਲਿਆ, ਠੀਕ ਹੈ। ਮਤਲਬ ਅਗਨੀ ਕੁੰਡ ਦਾ ਮਤਲਬ ਉੱਥੇ ਰਾਖ ਮਿਲੀ, ਅੱਗ ਹੁਣ ਤੋਂ ਥੋੜ੍ਹੀ ਮੱਚਦੀ ਪਈ ਹੋਊਗੀ, ਰਾਖ ਮਿਲੀ ਹੈ। ਰਾਖ ਤੋਂ ਪਤਾ ਲੱਗਦਾ ਉਹਨਾਂ ਨੂੰ ਉਹਨਾਂ ਬਾਰੇ ਪਤਾ ਸੀ, ਅੱਗ ਬਾਰੇ। 16 ਦੇ ਪੈਮਾਨੇ ਮਿਲੇ। ਇੱਕ ਗੱਲ ਹੋਰ, ਚਿੜੀ ਦੀ ਚੁੰਝ ਵਿੱਚ ਮੱਛੀ ਅਤੇ ਥੱਲੇ ਲੋਮੜੀ ਦਾ ਚਿੱਤਰ ਮਿਲਿਆ। ਮਤਲਬ ਕੀ ਹੈ? ਆਪਣੇ ਕੋਲ ਇੱਕ ਦਰਖਤ ਹੈ, ਠੀਕ ਹੈ, ਆਹ ਦਰਖਤ ਦੇ ਉੱਤੇ ਇੱਕ ਬੈਠੀ ਹੋਈ ਹੈ, ਮਤਲਬ ਆਪਣੇ ਕੋਲ ਚਿੜੀ ਬੈਠੀ ਹੈ। ਚਿੜੀ ਦੇ ਵਿੱਚ ਚੁੰਝ ਦੇ ਵਿੱਚ ਕੀ ਹੈ? ਮੱਛੀ ਹੈ। ਹੁਣ ਆਹ ਸਮੁੰਦਰ ਸੀ, ਸਮੁੰਦਰ ਵਿੱਚੋਂ ਮੱਛੀ ਲੈ ਕੇ ਚਿੜੀ ਬੈਠ ਗਈ ਉੱਪਰ, ਔਰ ਨੀਚੇ ਲੋਮੜੀ ਹੈ। ਲੋਮੜੀ ਹੁਣ ਪਾਣੀ ਵਿੱਚ ਜਾ ਨਹੀਂ ਸਕਦੀ ਸੀ, ਚਿੜੀ ਨੇ ਇੱਥੋਂ ਮੱਛੀ ਫੜੀ ਅਤੇ ਲੈ ਕੇ ਇੱਥੇ ਬੈਠ ਗਈ। ਅਤੇ ਇੱਥੇ ਲੋਮੜੀ ਥੱਲੇ ਉਹਦਾ ਇੰਤਜ਼ਾਰ ਕਰ ਰਹੀ ਹੈ ਵੀ ਕੀ ਉਹਦੇ ਮੂੰਹ 'ਚੋਂ ਡਿੱਗੇ। ਉਹ ਕਿਸੇ ਨੇ ਚਿੱਤਰ ਬਣਾ ਲਿਆ। ਤਾਂ ਯਾਦ ਰੱਖਣਾ, ਸਮੁੰਦਰ ਦੇ ਕੰਢੇ ਹੈ, ਚਿੜੀ ਦੀ ਚੁੰਝ ਵਿੱਚ ਮੱਛੀ ਅਤੇ ਨੀਚੇ ਲੋਮੜੀ ਦਾ ਚਿੱਤਰ ਮਿਲਿਆ। ਕਿੱਥੋਂ ਮਿਲਿਆ ਜੀ? ਸਾਨੂੰ ਲੋਥਲ ਤੋਂ ਮਿਲਿਆ ਜੀ। ਧੰਨਵਾਦ। ਇਹ ਇੰਨੀ ਗੱਲ ਸਮਝਣ ਲਈ, ਆਹ ਲੌਜਿਕ ਧਿਆਨ ਨਾਲ ਸਮਝਣ ਲਈ। ਨੈਕਸਟ, ਕੋਟ ਦੀਜੀ ਹੈ ਜੀ। ਕੋਟ ਦੀਜੀ ਦੀ ਗੱਲ ਕਰ ਲਈਏ। ਕੋਟ ਦੀਜੀ ਬੰਦਰਗਾਹ ਨਗਰ ਨਹੀਂ ਹੈ। ਹਾਂ, ਕਈ ਵਾਰੀ ਹੁੰਦਾ ਕੋਟ ਜਿਹੜਾ ਬੰਦਰਗਾਹ ਨਗਰ ਨਹੀਂ ਹੈ। ਫਜ਼ਾਲ ਅਹਿਮਦ ਸੀ 1955, ਸਿੰਧੂ ਨਦੀ ਦੇ ਕੰਢੇ, ਠੀਕ ਹੈ। ਪੱਥਰ ਦੇ ਤੀਰ, ਤਲਵਾਰ ਵਾਲੇ ਗਿਆਨ ਨਹੀਂ ਸੀ, ਅਤੇ ਪੱਥਰ ਦੇ ਤੀਰ ਮਿਲੇ ਬਸ। ਆਲਮਗੀਰਪੁਰ, ਜਗਦਤ ਸ਼ਰਮਾ ਨੇ ਇਹਦੀ ਖੋਜ ਕੀਤੀ ਹੈ। ਇਹ ਮੇਰਠ ਜ਼ਿਲ੍ਹੇ ਵਿੱਚ ਉੱਤਰ ਪ੍ਰਦੇਸ਼, ਹਿੰਡਨ ਨਦੀ ਦੇ ਕੰਢੇ। ਸੱਪ ਅਤੇ ਰਿੱਛ ਦੀ ਮੂਰਤੀ ਇੱਥੋਂ ਮਿਲੀ ਹੈ। ਕਾਲੀਆਂ ਵੰਗਾਂ, ਵੈਰੀ ਵੈਰੀ ਇੰਪੋਰਟੈਂਟ। ਕਾਲੀਆਂ ਵੰਗਾਂ ਤੋਂ ਭਾਵ ਹੀ ਹੁੰਦਾ ਕਾਲੀਆਂ ਚੂੜੀਆਂ। ਬੀਬੀ ਲਾਲ ਨੇ ਕੀਤੀ ਹੈ ਕਾਲੀਆਂ ਵੰਗਾਂ ਦੀ ਖੋਜ, ਬੀਬੀ ਲਾਲ ਨੇ। 1961 ਘੱਗਰ ਨਦੀ, ਰਾਜਸਥਾਨ ਦੇ ਵਿੱਚ ਵਾਹੇ ਹੋਏ ਖੇਤ ਮਿਲੇ ਇੱਥੇ। ਕਾਲੀਆਂ ਵੰਗਾਂ 'ਚ ਮਿਲੇ ਜੀ ਖੇਤ, ਠੀਕ ਹੈ। ਹਾਂ, ਇੰਪੋਰਟੈਂਟ ਹੈ ਇਹ, ਕਾਲੀਆਂ ਵੰਗਾਂ 'ਚ ਖੇਤ ਮਿਲੇ। ਹੋਰ ਕਾਲੀਆਂ ਵੰਗਾਂ 'ਚ ਕੀ ਮਿਲਿਆ ਉਹ ਵੀ ਆਪਾਂ ਕਰਦੇ ਹਾਂ ਜੀ। ਕਾਲੀਆਂ ਵੰਗਾਂ ਦੇ ਵਿੱਚ ਹੋਰ ਮਿਲੇ ਜੀ ਆਪਣੇ ਕੋਲ ਰਾਖ ਮਿਲੀ ਹੈ, ਔਰ ਪੱਕੀਆਂ ਨਿਕਾਸੀ ਦਾ ਇੱਟਾਂ ਮਿਲੀਆਂ, ਭਾਵ ਇੱਥੇ ਇੱਟਾਂ ਦਾ ਭੱਠਾ ਹੋਇਆ ਕਰਦਾ ਸੀ ਕਾਲੀਆਂ ਵੰਗਾਂ 'ਚ, ਠੀਕ ਹੈ। ਜਲੋੜੀ ਮਿੱਟੀ ਵੀ ਇੱਥੇ ਮਿਲੀ ਹੈ। ਕਲਾਕ੍ਰਿਤੀ ਫਰਸ਼ ਵੀ ਮਿਲਿਆ ਇੱਥੇ। ਮੈਸੋਪੋਟਾਮੀਆ ਦੀ ਮੋਹਰ ਇੱਥੇ ਮਿਲੀ ਹੈ, ਕਿਉਂਕਿ ਜਿਹੜੇ ਭੱਠੇ 'ਤੇ ਇੱਟਾਂ ਲੈਣ ਆਏ ਸੀ ਨਾ, ਮੈਸੋਪੋਟਾਮੀਆ ਵਾਲੇ ਆ ਗਏ ਸੀ ਵੀ ਯਾਰ ਇੱਟਾਂ ਬੋੜੀਆਂ ਵਧੀਆ ਨਿਕਾਸੀਦਾਰ ਮਿਲਦੀਆਂ, ਉਹ ਖਰੀਦ ਕੇ ਚਲੇ ਗਏ। ਜਿਹੜੇ ਪੈਸੇ ਦੇ ਕੇ ਗਏ ਸੀ ਉਹ ਕਿਹੜੀਆਂ ਮੋਹਰਾਂ ਸੀਗੀਆਂ? ਮੈਸੋਪੋਟਾਮੀਆ ਦੀਆਂ। ਊਠ ਦੀਆਂ ਹੱਡੀਆਂ ਮਿਲੀਆਂ। ਅੱਜ ਰਾਜਸਥਾਨ 'ਚ ਮਿਲਣਗੀਆਂ ਜੀ ਕਾਲੀਆਂ ਵੰਗਾਂ। ਰਾਜਸਥਾਨ 'ਚ ਤਾਂ ਊਠ ਦੀਆਂ ਹੱਡੀਆਂ ਕਿੱਥੋਂ ਮਿਲੀਆਂ? ਕਾਲੀਆਂ ਵੰਗਾਂ ਤੋਂ ਮਿਲੀਆਂ ਨੇ, ਠੀਕ ਹੈ ਜੀ। ਖੂਹ ਅਤੇ ਚੂੜੀਆਂ, ਚੂੜੀਆਂ ਤਾਂ ਕਾਲੀਆਂ ਵੰਗਾਂ ਤੋਂ ਆਪਾਂ ਚੂੜੀਆਂ ਲਾਈਆਂ ਹੀ ਜੀ, ਬੈਂਗਲਸ, ਠੀਕ ਹੈ, ਉਹ ਮਿਲੀਆਂ। ਨੈਕਸਟ,
ਧੋਲਾਵੀਰਾ ਤੋਂ ਆਪਾਂ ਜਲ ਪ੍ਰਬੰਧ ਕੀਤਾ ਵੀ ਕੱਪੜੇ ਧੋਣੇ ਦਾ ਧੋਲਾਵੀਰਾ ਇੱਥੇ ਜਲ ਵਧੀਆ। ਧੋਲਾਵੀਰਾ ਦੀ ਖੋਜ ਜੋਸ਼ੀ ਨੇ ਕੀਤੀ ਹੈ, JP ਜੋਸ਼ੀ ਨੇ 1967 66 67 ਦੇ ਵਿੱਚ, ਠੀਕ ਹੈ। ਅਤੇ ਆਪਣੇ ਕੋਲ ਜਿਹੜਾ ਹੈ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ, ਠੀਕ ਹੈ ਜੀ, ਮਿਲਿਆ। ਪਾਲਿਸ਼ ਕੀਤੇ ਹੋਏ ਸਫੇਦ ਪੱਥਰ ਵੀ ਇੱਥੋਂ ਮਿਲੇ ਜੀ। ਜਲ ਪ੍ਰਬੰਧ ਮਿਲਿਆ ਧੋਲਾਵੀਰਾ 'ਚੋਂ, ਪਾਲਿਸ਼ ਕੀਤੇ ਹੋਏ ਸਫੇਦ ਪੱਥਰ ਮਿਲੇ, ਠੀਕ ਹੈ। ਸਟੇਡੀਅਮ ਮਿਲਿਆ ਉੱਥੇ ਧੋਲਾਵੀਰਾ, ਮਤਲਬ ਇੱਕ ਸਟੇਡੀਅਮ ਹੈ, ਉੱਥੇ ਖੇਡਦੇ ਸੀ, ਠੀਕ ਹੈ। ਉੱਥੇ ਜੇਕਰ ਇੱਥੇ ਖੇਡਦੇ ਹੋਏ ਬੋਲ ਹੈ ਨਾ ਪਾਣੀ 'ਚ ਡਿੱਗ ਪਈ, ਮਤਲਬ ਖਰਾਬ ਹੋ ਗਈ, ਤਾਂ ਉੱਥੇ ਪਾਣੀ ਦਾ ਪ੍ਰਬੰਧ ਹੈ, ਤਾਂ ਦੂਜਾ ਬੰਦਾ ਜਿਹੜਾ ਇੱਕ ਪਲੇਅਰ ਦੂਸਰੇ ਪਲੇਅਰ ਨੂੰ ਕਹਿੰਦਾ ਆ ਲੈ ਯਾਰ ਧੋ ਲੈ ਇੱਥੋਂ, ਹੈ ਨਾ। ਧੋਲਾਵੀਰਾ ਕਿਉਂ, ਸਟੇਡੀਅਮ ਹੈ ਨਾ, ਸਟੇਡੀਅਮ 'ਚ ਬੋਲ ਗੰਦੀ ਹੋ ਜਾਂਦੀ ਸੀ ਤਾਂ ਧੋ ਲੈਂਦੇ ਸੀ ਅਗਲੇ। ਸੈਨਵ ਸਿੱਧੀ ਦੇ ਵੱਡੇ 10 ਅੱਖਰਾਂ ਵਾਲੇ ਪਾਣੀ ਦੇ ਉਹ ਵੀ ਮਿਲੇ ਜੀ। ਪਾਣੀ ਦਾ ਪ੍ਰਬੰਧ ਮੇਨ ਇੱਥੇ, ਤਾਂ ਪਾਣੀ ਦਾ ਪ੍ਰਬੰਧ ਮਿਲਿਆ, ਸਟੇਡੀਅਮ ਮਿਲਿਆ, ਠੀਕ ਹੈ ਜੀ, ਸਫੇਦ ਪੱਥਰ ਮਿਲੇ। ਜਦੋਂ ਉਹ ਬੋਲ ਧੋਣ ਗਏ ਪਾਣੀ 'ਚ, ਉਹਨਾਂ ਨੂੰ ਕੀ ਹੈ 10 ਵੱਡੇ ਅੱਖਰ ਵਾਲੇ ਜਿਹੜੇ ਆ ਸੈਨਵ ਸਿੱਧੀ ਦੇ ਉਹ ਵੀ ਮਿਲੇ ਸੀ। ਐਂ ਯਾਦ ਰੱਖਣ ਵਾਸਤੇ ਆਪਾਂ ਟਿਕ ਲਾ ਲਾਂਗੇ। ਨੈਕਸਟ, ਬਨਵਾਲੀ ਰਵਿੰਦਰ ਸਿੰਘ ਨੇ ਖੋਜ ਕੀਤੀ, ਹਰਿਆਣਾ ਦੇ ਵਿੱਚ ਹੈ ਜੀ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ, ਹਰਿਆਣਾ ਦੇ ਹਿਸਾਬ 'ਚ ਮਿੱਟੀ ਦੇ ਖਿਡੌਣੇ ਮਿਲੇ ਆ, ਜੋ ਮਾਤਰ ਦੇਵੀ ਮਤਲਬ ਮਾਤਾ ਦੀ ਜਿਹੜੀ ਮੂਰਤੀ ਮਿਲੀ ਹੈ। ਮਿੱਟੀ ਦੇ ਖਿਡੌਣੇ ਇੰਪੋਰਟੈਂਟ ਹੈ, ਬਨਵਾਲੀ ਬਨਾਵਟੀ ਖਿਡੌਣੇ ਯਾਦ ਰੱਖ ਲਓ, ਠੀਕ ਹੈ। ਫਿਰ ਸੰਘੋਲ, ਇਸ ਨੂੰ ਉੱਚਾ ਪਿੰਡ ਕਿਹਾ ਜਾਂਦਾ ਜੀ। SS ਤਲਵਾਰ ਤਿਆਰ ਬਿਸਤ ਨੇ ਕੀਤੀ ਹੈ, ਸਤਲੁਜ ਨਦੀ ਦੇ ਕੰਢੇ ਜੀ। ਮੂਰਤੀਆਂ ਅਤੇ ਬਰਤਨ ਮਿਲੇ ਇੱਥੋਂ। ਸੁੱਚੇ ਸੁਨੈਤ ਵਿੱਚ ਇਹ ਵੀ ਸਿੰਧੂ ਘਾਟੀ ਨਾਲ ਮਿਲਦੇ ਜੁਲਦੇ ਵਿਸ਼ੇਸ਼ ਮਿਲੇ ਆ। ਰੋਹਿੜਾ, ਬਰਤਨ ਇੱਟਾਂ ਮਿਲੀਆਂ ਇੱਥੋਂ ਜੀ। ਕੋਟਲਾ ਨਿਹੰਗ ਖਾਂ, ਇਹ ਬਰਤਨ ਅਤੇ ਔਜ਼ਾਰ ਗਹਿਣੇ ਮਿਲੇ। ਰਾਖੀਗੜ੍ਹੀ ਅਤੇ ਮਿਥਾਲ ਅਤੇ ਕੁਨਾਲ ਇੰਪੋਰਟੈਂਟ ਨੇ, ਤਿੰਨੋਂ ਹਰਿਆਣੇ 'ਚ। ਕਈ ਵਾਰ ਪੁੱਛਦੇ ਹਰਿਆਣੇ ਦਾ ਨਾਲ ਸੰਬੰਧਿਤ ਕਿਹੜੇ ਆ, ਰਾਖੀਗੜ੍ਹ, ਮਿਥਾਲ ਅਤੇ ਕੁਨਾਲ। ਅਤੇ ਭਾਰਤ ਵਿੱਚ ਸਿੰਧ ਘਾਟੀ ਸਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਕਿਹੜਾ ਹੈ ਜੀ, ਉਹ ਗੁਜਰਾਤ ਹੈ, ਯਾਦ ਰੱਖਣਾ। ਨੈਕਸਟ ਜੀ, ਆਪਣੇ ਕੋਲ ਸਭ ਤੋਂ ਵੱਧ ਸਥਾਨ ਗੁਜਰਾਤ ਵਿੱਚ ਮਿਲੇ। ਘੋੜੇ ਦੇ ਅਵਸ਼ੇਸ਼ ਸੁਰਕੋਟੜਾ 'ਚ ਮਿਲੇ ਆ, ਹੜੱਪਾ ਦੇ ਆਪਣੇ ਸੁਰਕੋਟੜਾ 'ਚ। ਮਤਲਬ ਉੱਥੇ ਸੂਰ ਤੋਂ ਰੱਖ ਲਓ, ਨਾਲੇ ਤਾਂ ਜਾਨਵਰ ਸੂਰ ਵੀ ਮਿਲਦੇ ਅਤੇ ਘੋੜੇ ਵੀ ਰੱਖਦੇ ਉਹ। ਹੜੱਪਾ ਦਾ ਨਕਲੀ ਸਥਾਨ ਕਿਹਾ ਗਿਆ, ਮੋਹਨਜੋਦੜੋ ਨੂੰ ਕਿਹਾ ਗਿਆ। ਇਹਨਾਂ ਨੂੰ ਸ਼ੇਰ ਬਾਰੇ ਪਤਾ ਨਹੀਂ ਸੀ, ਸ਼ੇਰ ਉਸ ਸਮੇਂ ਨਹੀਂ ਸੀ ਉਹਨਾਂ ਨੂੰ ਯਾਦ। ਲੋਹੇ ਬਾਰੇ ਗਿਆਨ ਨਹੀਂ ਸੀ, ਤਲਵਾਰ ਬਾਰੇ ਨਹੀਂ ਪਤਾ ਸੀ ਇਹਨਾਂ ਨੂੰ। ਚੀਨੀ ਭਾਵ ਖੰਡ ਬਾਰੇ ਨਹੀਂ ਸੀ, ਖੰਡ ਲਈ ਇਹ ਜਾਂ ਮਿੱਠੇ ਲਈ ਇਹ ਯੂਜ਼ ਕਰਦੇ ਸੀ, ਸਾਹਿਤ ਦਾ। ਤਾਂਬੇ ਦਾ ਰੱਥ ਦਹਿਮਾਬਾਦ ਤੋਂ ਮਿਲਿਆ, ਉਸ ਸਮੇਂ ਦਾ ਤਾਂਬੇ ਦਾ ਰੱਥ ਦਹਿਮਾਬਾਦ ਤੋਂ ਮਿਲਿਆ। ਲੋਕ ਬਰਤਨਾਂ ਉੱਪਰ ਲਾਲ ਰੰਗ ਕਰਦੇ ਸੀ ਜੀ। ਅਫਗਾਨਿਸਤਾਨ ਜੋ ਸਥਾਨ ਪ੍ਰਮਾਣ ਮਿਲੇ ਨੇ, ਮੁੰਡੀਗਾਕ ਅਤੇ ਸੁਤਰੋਗੋਈ, ਠੀਕ ਹੈ। ਅਤੇ ਇਹ ਜਿਹੜੇ ਦੋਨੋਂ ਮਿਲੇ ਅਫਗਾਨਿਸਤਾਨ 'ਚ, ਠੀਕ ਹੈ, ਮੁੰਡੀਗਾਕ ਅਤੇ ਸੁਤਰੋਗੋਈ। ਸਿੰਧੂ ਘਾਟੀ ਸਭਿਅਤਾ ਦੇ ਪਤਨ ਦਾ ਮੁੱਖ ਕਾਰਨ ਕੀ ਸੀ ਜੀ, ਹੜ੍ਹ ਆ ਗਏ ਸੀ ਉੱਥੇ, ਇਸ ਕਰਕੇ ਸਿੰਧੂ ਘਾਟੀ ਸਭਿਅਤਾ ਖਤਮ ਹੋ ਗਈ ਸੀ। ਹੁਣ ਆਪਾਂ ਥੋੜ੍ਹਾ ਜਿਹਾ ਕਰ ਰਹੇ ਹਾਂ ਜੀ, ਜਲਦੀ ਕਰਾਂਗੇ, ਥੋੜ੍ਹਾ ਜਿਹਾ ਧਿਆਨ ਨਾਲ 10 ਕੁਐਸਚਨ 15 ਕੁਐਸਚਨ ਜਿਹੜੇ ਹੋ ਜਾਣ ਉਹ ਉਹ ਬੈਕ ਕਰਦੇ ਆ ਜੀ। ਚਲੋ ਆਪਾਂ ਕੁਐਸਚਨ ਦਾ ਨਾ ਐਂ ਕਰਾਂਗੇ, ਕੁਐਸਚਨ ਵਾਸਤੇ ਆਪਾਂ ਅਲੱਗ ਤੋਂ ਇੱਕ ਸੈਸ਼ਨ ਰੱਖਾਂਗੇ, ਉਹਦੇ 'ਚ ਕਰ ਲਾਂਗੇ। ਵੀਡੀਓ ਵੱਡੀ ਨਾ ਹੋ ਜਾਏ ਜ਼ਿਆਦਾ, ਅਪਲੋਡ ਕਰਨੀ ਆਪਾਂ। ਆਹ ਤੁਹਾਡੇ ਨੂੰ ਆਪਾਂ ਸਿੰਧੂ ਘਾਟੀ ਸਭਿਅਤਾ ਸਾਰੀ ਕਰਵਾਈ ਹੈ। ਇਹਦੇ 'ਚ ਆਹ ਕੁਐਸਚਨ ਹੈਗੇ ਜਿਹੜੇ ਪ੍ਰਾਚੀਨ ਭਾਰਤ ਦੇ ਮੁੱਢਲੇ ਜਿਹੜੇ ਹੈ ਉਹਦੇ ਬਾਰੇ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਸਿੰਧੂ ਘਾਟੀ ਸਭਿਅਤਾ ਦੇ ਉਹ ਵੀ ਮੈਂ ਤੁਹਾਨੂੰ ਰੂਬਰੂ ਕਰਾ ਹੀ ਦਿੰਦਾ। ਸਿੰਧੂ ਘਾਟੀ ਸਭਿਅਤਾ ਦੇ ਕੁਐਸਚਨ ਆ ਰਹੇ, ਠੀਕ ਹੈ ਜੀ। ਆਹ ਪੱਥਰ ਯੁੱਗ ਤੋਂ ਬਾਅਦ ਸਿੰਧੂ ਘਾਟੀ ਸਭਿਅਤਾਵਾਂ ਦੇ ਹੀ ਕੁਐਸਚਨ ਚੱਲਣੇ ਆ, ਠੀਕ ਹੈ। ਤੁਹਾਨੂੰ ਕਰਵਾਵਾਂਗੇ ਜੀ, ਆਹ ਵਾਲੇ ਸਾਰੇ ਕੁਐਸਚਨ ਕਰਵਾਉਣ ਵਾਲੇ ਹੈ। ਇੱਕ ਕੁਐਸਚਨ ਦਾ ਸੈਸ਼ਨ ਰੱਖਾਂਗੇ, ਉਹਦੇ 'ਚ ਕਰਾਵਾਂਗੇ, ਠੀਕ ਹੈ ਜੀ। ਧੰਨਵਾਦ ਜੀ ਵੀਡੀਓ ਦੇਖਣ ਲਈ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕਮੈਂਟ 'ਚ ਜ਼ਰੂਰ ਦੱਸਿਓ ਕਿ ਕਿਤੇ ਵੀ ਕੋਈ ਲੱਗਦਾ ਕਿ ਆਪਾਂ ਨੂੰ ਸੁਝਾਅ ਜ਼ਰੂਰ ਦੇਣਾ ਜੀ, ਥੈਂਕ ਯੂ।